FM ਬਠਿੰਡਾ ਦੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਵਿਨੇ ਪਠਾਣੀਆਂ, ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ। ਇਸ ਤੋਂ ਇਲਾਵਾ ਇੱਕ ਕਾਮਯਾਬ ਮਧੂਮੱਖੀ ਪਾਲਕ ਸਾਡੇ ਕੋਲ ਇੱਥੇ ਸਟੂਡੀਓ ਦੇ ਵਿੱਚ ਮੌਜੂਦ ਨੇ, ਸਰਦਾਰ ਜਗਤਾਰ ਸਿੰਘ ਅਣਜਾਣ। ਜਿਵੇਂ ਕਿ ਹੋ ਸਕਦਾ ਬਾਹਲੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਪਤਾ ਨਾ ਹੋਵੇ ਕਿ ਅੱਜ ਜਿਹੜਾ ਆਲਮੀ ਮਧੂਮੱਖੀ ਦਿਵਸ ਹੈ, ਪਸ਼ੂ ਪੰਛੀਆਂ ਪੌਦਿਆਂ ਦਾ, ਧਰਤੀ ਦਾ, ਜ਼ਮੀਨ ਦਾ, ਪਾਣੀ ਦਾ, ਹਰੇਕ ਚੀਜ਼ ਦਾ ਇੱਕ ਦਿਵਸ ਜਿਹੜਾ ਆਲਮੀ ਪੱਧਰ ਤੇ ਰੱਖਿਆ ਗਿਆ, ਮਨਾਇਆ ਜਾਂਦਾ। ਇਹ ਦਿਵਸ ਮਨਾਉਣ ਦੀ ਇੱਕ ਅਹਿਮੀਅਤ ਹੁੰਦੀ ਆ। ਸੋ ਅੱਜ ਜਿਹੜਾ ਆਲਮੀ ਮਧੂਮੱਖੀ ਦਿਵਸ ਆ, ਇਹਦੀ ਅਹਿਮੀਅਤ ਕੀ ਆ, ਆਪਾਂ ਡਾਕਟਰ ਸਾਹਿਬ ਵਿਨੇ ਪਠਾਣੀਆਂ ਹੋਰਾਂ ਨੂੰ ਪੁੱਛਾਂਗੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਅਣਜਾਣ ਸਾਹਿਬ, ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਪਹੁੰਚਣ ਤੇ ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ ਜੀ। ਪਠਾਣੀਆਂ ਸਾਹਿਬ, ਅੱਜ ਜਿਵੇਂ ਕਿ ਆਲਮੀ ਮਧੂਮੱਖੀ ਦਿਵਸ ਆ, ਮੈਂ ਪਹਿਲਾਂ ਦੱਸਿਆ ਜੀ, ਇਹਦੀ ਕੀ ਮਹੱਤਤਾ ਤੇ ਕਿਵੇਂ ਜਿਹੜਾ ਇਹ ਦਿਵਸ ਮਨਾਇਆ ਜਾਂਦਾ, ਥੋੜਾ ਜਿਹਾ ਸ਼ਾਰਟ ਚ। ਠੀਕ ਜੀ, ਠੀਕ। ਦੇਖੋ, ਅੱਜ ਵਰਲਡ ਬੀ ਡੇ ਜਾਂ ਵਿਸ਼ਵ ਮਧੂਮੱਖੀ ਦਿਵਸ ਜਿਹੜਾ ਅਸੀਂ ਕਹਿ ਰਹੇ ਹਾਂ, ਇਹਦੇ ਨਾਲ ਕਿਉਂ ਮਨਾ ਰਹੇ ਹਾਂ ਅਸੀਂ? ਇਹਦੇ ਪਿੱਛੇ ਦੋ ਹੀਰੋਜ਼ ਨੇ ਜੀ। ਸਭ ਤੋਂ ਪਹਿਲਾਂ ਵੱਡਾ ਹੀਰੋ ਜਿਹੜਾ ਉਹ ਸਾਡੀਆਂ ਮਧੂਮੱਖੀਆਂ ਹੀ ਨੇ, ਬਿਲਕੁਲ, ਕਿ ਜਿਨ੍ਹਾਂ ਨੂੰ ਅਸੀਂ ਡੈਡੀਕੇਟ ਕੀਤਾ ਹੋਇਆ ਹੈ। ਉਹ ਕਿਉਂ ਇੰਪੋਰਟੈਂਟ ਹੈ, ਅਸੀਂ ਟਾਕ ਦੇ ਵਿੱਚ ਗੱਲ ਕਰਨੀ ਹੈ। ਦੂਸਰੇ ਇਹਦੇ ਪਿੱਛੇ ਹੀਰੋ ਨੇ ਜਿਹੜੇ, ਉਹ ਨੇ ਇੱਕ ਮਹਾਨ ਵਿਗਿਆਨਿਕ ਕਹਿ ਲਈਏ ਜਾਂ ਮਧੂਮੱਖੀਆਂ ਦੇ ਮਾਹਰ ਕਹਿ ਲਈਏ, ਐਂਟੋਨ ਜਾਂਸਾ ਜੀ। ਕਿਉਂਕਿ ਮਧੂਮੱਖੀਆਂ ਜਿਹੜੀਆਂ ਸੀ ਉਹ ਪਹਿਲਾਂ ਤਾਂ ਰਹਿੰਦੀਆਂ ਸੀ ਜੰਗਲਾਂ 'ਚ ਹੀ, ਪਰ ਉਹਨਾਂ ਨੂੰ ਪਾਲਣਾ ਜਿਹੜਾ ਸ਼ੁਰੂ ਕੀਤਾ, ਉਹਦੇ ਪਿੱਛੇ ਉਹ ਸਾਇੰਟੀਫਿਕ ਵਿਧੀ ਜਿਹੜੀ ਹੈਗੀ ਹੈ ਮਾਡਰਨ ਬੀ ਕੀਪਿੰਗ, ਉਹਦੇ ਪਿੱਛੇ ਜੋ ਸਭ ਤੋਂ ਵੱਡਾ ਹੱਥ ਹੈਗਾ ਉਹ ਐਂਟੋਨ ਜਾਂਸਾ ਜੀ ਦਾ ਹੈਗਾ। ਇਹ ਜੋ ਸੀ, ਇਹ ਸਲੋਵੇਨੀਆ, ਜੋ ਕਿ ਇੱਕ ਦੇਸ਼ ਹੈ, ਰਿਪਬਲਿਕ ਆਫ ਸਲੋਵੇਨੀਆ, ਯੂਰਪ ਦੇ ਵਿੱਚ, ਉੱਧਰ ਪੈਦਾ ਹੋਏ ਸੀਗੇ 1734 ਈਸਵੀ ਦੇ ਵਿੱਚ। ਤੇ ਇਹਨਾਂ ਦਾ ਜਿਹੜਾ ਜਨਮ ਸੀ ਉਹ 20 ਮਈ ਨੂੰ ਹੋਇਆ ਸੀ। ਉਹਨਾਂ ਨੂੰ ਇੱਕ ਮਤਲਬ ਡੈਡੀਕੇਟ ਕਰਨ ਲਈ ਤੇ ਮੱਖੀਆਂ ਦੇ ਡਾਈਵਰਸ ਜੋ ਹੈਗੀ ਹੈ, ਮੱਖੀਆਂ ਨੂੰ ਅਸੀਂ ਉਹਨਾਂ ਨੂੰ ਇੱਕ ਇੰਪੋਰਟੈਂਸ ਦੇਣ ਲਈ ਜਿਹੜਾ ਹੈਗਾ ਇਸ ਦਿਨ ਦੀ ਜਿਹੜੀ ਮਹੱਤਤਾ ਹੈਗੀ ਹੈ, ਇਸ ਕਰਕੇ ਅਸੀਂ 20 ਮਈ ਨੂੰ ਜਿਹੜਾ ਦਿਨ ਮਨਾਉਂਦੇ ਹਾਂ। ਤੇ ਇਹ 2018 20 ਮਈ 2018 ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਉਹ ਮਨਾਇਆ ਗਿਆ ਸੀ ਜੀ। ਜੀ ਡਾਕਟਰ ਸਾਹਿਬ, ਅੱਜ ਜਿਹੜਾ ਬੜੀ ਵੱਡੀ ਜ਼ਰੂਰਤ ਹੈ ਕਿ ਖੇਤੀਬਾੜੀ ਦੇ ਨਾਲ ਸਾਡੇ ਜਿਹੜੇ ਕਿਸਾਨ ਆ ਸਹਾਇਕ ਧੰਦਿਆਂ ਨੂੰ ਵੀ ਅਪਣਾਉਣ। ਜੀ ਜੀ, ਉਹਦੇ 'ਚ ਤੁਸੀਂ ਬਤੌਰ ਮਧੂਮੱਖੀ ਪਾਲਕ ਜਿਹੜਾ ਤੁਸੀਂ ਟ੍ਰੇਨਿੰਗ ਵੀ ਦਿੰਦੇ ਆ ਜੀ, ਜਿਹੜਾ ਮਾਹਰ ਹੋਣ ਦੇ ਜੀ ਜੀ, ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ, ਕਿਸ ਤਰ੍ਹਾਂ ਇਹ ਸਹਾਇਕ ਧੰਦਾ ਜਿਹੜਾ ਕਿਸਾਨ ਦੀ ਆਮਦਨ ਦੇ ਵਿੱਚ ਵਾਧਾ ਕਰ ਸਕਦਾ, ਕਿਸ ਤਰ੍ਹਾਂ ਦਾ ਧੰਦਾ ਹੈ? ਦੇਖੋ ਬਰਾੜ ਸਾਹਿਬ, ਮਧੂਮੱਖੀਆਂ ਤੋਂ ਸਭ ਤੋਂ ਪਹਿਲਾਂ ਜਦੋਂ ਅਸੀਂ ਮਧੂਮੱਖੀਆਂ ਦਾ ਨਾਂ ਲੈਂਦੇ ਹਾਂ ਨਾ, ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਕਿ ਸ਼ਹਿਦ ਹੋ ਜਾਊਗਾ, ਜਾਂ ਕਈਆਂ ਨੂੰ ਜ਼ਿਆਦਾ ਪਤਾ ਤਾਂ ਪੋਲਨ ਹੋ ਜਾਊਗਾ, ਵੈਕਸ ਹੋ ਜਾਊਗਾ ਜੀ। ਪਰ ਬਹੁਤ ਘੱਟ ਜਾਂ ਜਿਹੜੇ ਮਧੂਮੱਖੀਆਂ ਪਾਲਦੇ ਨੇ ਉਹਨਾਂ ਨੂੰ ਇਹ ਪਤਾ ਕਿ ਮਧੂਮੱਖੀਆਂ ਦਾ ਸਿਰਫ ਇਹੀ ਇੰਪੋਰਟੈਂਸ ਨਹੀਂ ਹੈਗੀ। ਮਧੂਮੱਖੀਆਂ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਇੱਕ ਬਹੁਤ ਵੱਡੇ ਸਾਇੰਸਦਾਨ ਹੋਏ ਨੇ ਐਲਬਰਟ ਆਇਨਸਟਾਈਨ ਜੀ, ਉਹਨਾਂ ਦਾ ਕਹਿਣਾ ਸੀ ਜੇ ਸ਼ਹਿਦ ਦੀ ਮੱਖੀ ਨੂੰ ਅਸੀਂ ਧਰਤੀ ਤੋਂ ਜੇ ਖਤਮ ਕਰ ਦਈਏ ਤਾਂ 4 ਸਾਲਾਂ ਦੇ ਵਿੱਚ ਹਰ ਇੱਕ ਜੀਵ ਜੰਤੂ, ਹਰ ਇੱਕ ਪੇੜ ਪੌਦਾ ਤੇ ਇਨਸਾਨ ਦਾ ਵਜੂਦ ਜਿਹੜਾ ਹੈ ਉਹ ਧਰਤੀ ਤੋਂ ਖਤਮ ਹੋ ਜਾਊਗਾ ਜੀ। ਇਹ ਕਿਉਂ ਕਹਿਣਾ ਸੀ ਉਹਨਾਂ ਦਾ? ਉਹਨਾਂ ਦਾ ਇਹਦੇ ਪਿੱਛੇ ਬਹੁਤ ਵੱਡੀ ਇੱਕ ਡੀਪ ਸੋਚ ਸੀਗੀ, ਕਿਉਂਕਿ ਮਧੂਮੱਖੀ ਜਿਹੜੀ ਹੈ ਉਹ ਪੋਲੀਨੇਟਰ ਹੈਗੀ ਹੈ, ਪੋਲੀਨੇਸ਼ਨ ਦਾ ਕੰਮ ਕਰਦੀ ਹੈ। ਅੱਜ ਜਿਹੜੇ ਵੀ ਅਸੀਂ ਧਰਤੀ ਤੇ ਰੁੱਖ ਬੂਟੇ ਦੇਖ ਰਹੇ ਹਾਂ, ਮੈਨੂੰ ਲੱਗਦਾ 75% 80% ਤੋਂ ਉੱਪਰ ਐਸੇ ਹੋਣੇ ਆ ਜੋ ਫਲਾਂ ਤੇ ਫੁੱਲਾਂ ਵਾਲੇ ਨੇ ਜੀ। ਉਹ ਅੱਗੇ ਵਧਣ ਫੁੱਲਣ ਲਈ ਜਿਹੜਾ ਹੈਗਾ ਉਹਨਾਂ ਨੂੰ ਪਰ ਪਰਾਗਣ ਦੀ ਲੋੜ ਪੈਂਦੀ ਹੈ। ਤੇ ਪਰ ਪਰਾਗਣ ਦਾ ਜੋ ਪ੍ਰਕਿਰਿਆ ਹੈਗੀ, ਸਭ ਤੋਂ ਜ਼ਿਆਦਾ ਜੇ ਅਸੀਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਕੀੜੇ ਜਿਹੜੀ ਪ੍ਰਕਿਰਿਆ ਜਿਹੜੀ ਨਿਭਾਉਂਦੇ ਨੇ, ਉਹਦੇ ਵਿੱਚ ਜਿਹੜਾ ਮਧੂਮੱਖੀਆਂ ਦਾ ਮੇਨ ਰੋਲ ਹੈ। 75% ਪਰ ਪਰਾਗਣ ਜਿਹੜਾ ਹੈ ਸਾਡੀਆਂ ਸ਼ਹਿਦ ਦੀਆਂ ਮੱਖੀਆਂ ਕਰਦੀਆਂ ਨੇ। ਤੇ ਜੇ ਸ਼ਹਿਦ ਦੀਆਂ ਮੱਖੀਆਂ ਨਹੀਂ ਹੋਣਗੀਆਂ ਤਾਂ ਫਸਲਾਂ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ। ਬਗੈਰ ਖਾਧੇ ਅਸੀਂ 3-4 ਦਿਨ ਕੱਢ ਲਾਂਗੇ, ਬਗੈਰ ਛੱਤ ਦੇ ਵੀ ਅਸੀਂ ਕੁਝ ਚਿਰ ਕੱਢ ਲਾਂਗੇ, ਪਰੰਤੂ ਮੈਨੂੰ ਲੱਗਦਾ ਜੇ ਅਸੀਂ ਸਾਹ ਨਾ ਲਈਏ ਤਾਂ ਕੁਝ ਮਿੰਟਾਂ ਦੇ ਵਿੱਚ, ਕੋਵਿਡ ਦੇ ਵਿੱਚ ਅਸੀਂ ਦੇਖ ਲਿਆ ਕਿ ਅਸੀਂ ਕਿਸ ਤਰ੍ਹਾਂ ਕੁਝ ਮਿੰਟਾਂ ਦੇ ਵਿੱਚ ਬੰਦੇ ਦੀ ਜਾਨ ਜਾ ਸਕਦੀ ਹੈ। ਤਾਂ ਸਾਹ ਕਿੱਥੋਂ ਆ ਰਿਹਾ? ਰੁੱਖਾਂ ਤੋਂ ਆ ਰਿਹਾ। ਜੰਗਲ ਵੀ ਖਤਮ ਹੋ ਜਾਣਗੇ ਜੀ। ਤੇ ਇਸ ਕਰਕੇ ਇਹ ਮਧੂਮੱਖੀਆਂ ਜਿਹੜੀਆਂ ਹੈਗੀਆਂ ਨੇ ਪਰ ਪਰਾਗ ਬਹੁਤ ਵੱਡਾ ਰੋਲ ਇਕੋਸਿਸਟਮ ਦੇ ਵਿੱਚ ਨਿਭਾ ਰਹੀਆਂ ਨੇ। ਸ਼ਾਇਦ ਜਾਂ ਹੋਰ ਅਸੀਂ ਪੋਲਨ ਵੀ ਉਤਪੰਨ ਕਰ ਲਾਂਗੇ, ਅਸੀਂ ਵੈਕਸ ਵੀ ਬਣਾ ਲਾਂਗੇ। ਉਹ ਚੀਜ਼ਾਂ ਤੋਂ ਆਮਦਨ ਤਾਂ ਅਲੱਗ ਚੀਜ਼ ਹੈਗੀ ਹੈ, ਪਰ ਇਹ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਪਰ ਪਰਾਗਣ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਦਾ ਕਰਦੀਆਂ ਨੇ ਜੀ। ਤਮਾਮ ਕਿਸਾਨ ਵੀਰਾਂ ਤੇ ਭੈਣਾਂ ਨੂੰ ਮੈਂ ਦੱਸ ਦੇਵਾਂ ਕਿ ਕੁਝ ਕੁ ਸਮੇਂ ਬਾਅਦ ਅਸੀਂ ਜਿਹੜਾ ਟੈਲੀਫੋਨ ਲਾਈਨ ਤੇ ਜੋੜਾਂਗੇ ਡਾਕਟਰ ਰੀਨਾ ਰਾਣੀ ਹੋਰਾਂ ਨੂੰ, ਜਿਹੜੇ ਕਿ ਬਾਗਬਾਨੀ ਵਿਕਾਸ ਅਫਸਰ ਬਠਿੰਡਾ ਨੇ।
ਕਿਉਂਕਿ ਜਿਹੜਾ ਅੱਜ ਦਾ ਵਿਸ਼ਾ ਮਧੂ ਮੱਖੀ ਹੈ, ਮਧੂ ਮੱਖੀ ਦਾ ਜਿਹੜਾ ਬਾਗਬਾਨੀ ਨਾਲ ਵੀ ਸੰਬੰਧ ਆ, ਸਾਡੀਆਂ ਜਿਹੜੀਆਂ ਫਸਲਾਂ ਨਾਲ ਸੰਬੰਧ ਆ, ਸਾਡੇ ਖੇਤਾਂ ਨਾਲ ਸੰਬੰਧ ਆ, ਸਾਡੇ ਵਾਤਾਵਰਣ ਨਾਲ ਸੰਬੰਧ ਆ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਅਨਜਾਨ ਸਾਹਿਬ ਨਾਲ ਅਗਲੀ ਗੱਲਬਾਤ, ਕਿਉਂਕਿ ਇਹਨਾਂ ਦਾ ਜਿਹੜਾ ਵਾਸਤਵਿਕ ਤੌਰ ਤੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਜਿਹੜਾ ਵਾਸਤਵਿਕ ਤੌਰ ਤੇ ਟ੍ਰੇਨਿੰਗ ਦੇ ਨਾਲ ਜੁੜੇ ਹੋਏ ਹੋ। ਜੀ ਜੀ। ਟ੍ਰੇਨਿੰਗ ਦੇ ਵਿੱਚ ਜਿਹੜਾ ਸਾਡੇ ਕਿਸਾਨਾਂ ਨੂੰ ਕੀ ਕੁਝ ਤੁਸੀਂ ਦੱਸ ਦਿਓ, ਕਿਸ ਤਰ੍ਹਾਂ ਦੀ ਇਹ ਟ੍ਰੇਨਿੰਗ ਹੁੰਦੀ ਆ ਤੇ ਕਿਹੜੀਆਂ-ਕਿਹੜੀਆਂ ਤਕਨੀਕੀ ਗੱਲਾਂ ਹੁੰਦੀਆਂ? ਜੀ ਦੇਖੋ, ਇਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜੀ ਅਸੀਂ ਗੱਲ ਕਰੀਏ ਆਪਣੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ, ਤਾਂ 2 ਤਰ੍ਹਾਂ ਦੀਆਂ ਟ੍ਰੇਨਿੰਗਾਂ ਜਿਹੜੀਆਂ ਅਸੀਂ ਦਿੰਨੇ ਹੁੰਦੇ ਆ ਕਿਸਾਨ ਭਰਾਵਾਂ ਨੂੰ। ਇਹਦੇ ਵਿੱਚ ਤਾਂ ਇੱਕ ਜਿਹੜੇ ਬਿਲਕੁਲ ਨਹੀਂ ਜਾਣਦੇ, ABC ਵੀ ਨਹੀਂ ਜਾਣਦੇ ਮਧੂ ਮੱਖੀਆਂ ਲਈ, ਉਹਨਾਂ ਲਈ ਬੇਸਿਕ ਟ੍ਰੇਨਿੰਗ ਹੁੰਦੀ ਹੈ ਜੋ ਕਿ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਦਿੰਨੇ ਆ। ਜਦੋਂ ਉਸ ਟ੍ਰੇਨਿੰਗ ਨੂੰ ਕਰਕੇ ਸਾਡੇ ਕਿਸਾਨ ਭਰਾ ਇੱਕ ਮਤਲਬ ਗਾਂ ਵੱਧੂ ਕਿਸਾਨ ਭਰਾ, ਠੀਕ ਹੈ ਨਾ, ਉਹ ਮਧੂ ਮੱਖੀਆਂ ਨੂੰ ਉਹਨਾਂ ਨੇ ਪਾਲਣਾ ਸ਼ੁਰੂ ਕਰ ਦਿੱਤਾ ਹੈ ਜੀ, ਉਹ ਹੋਰ ਵੀ ਅੱਗੇ ਵਧਣਾ ਚਾਹੁੰਦੇ ਨੇ ਜੀ, ਉਹ ਉਹਨਾਂ ਸ਼ਹਿਦ ਤੋਂ ਕੋਈ ਪ੍ਰੋਡਕਟ ਬਣਾਉਣਾ ਚਾਹੁੰਦੇ ਹੈ, ਰਾਣੀ ਮੱਖੀਆਂ ਦੀ ਜਿਹੜੀ ਹੈ ਉਹ ਬਰੀਡਿੰਗ ਕਰਨਾ ਚਾਹੁੰਦੇ ਹੈ, ਜਾਂ ਕੁਝ ਹੋਰ ਐਡਵਾਂਸ ਟ੍ਰੇਨਿੰਗਾਂ ਲੈਣਾ, ਉਹਦੇ ਲਈ ਅਸੀਂ ਐਡਵਾਂਸ ਟ੍ਰੇਨਿੰਗਾਂ ਵੀ ਦਿੰਨੇ ਹੁੰਦੇ ਆ। ਉਹ ਸਾਡੀ PAU ਲੁਧਿਆਣੇ 'ਚ ਹੁੰਦੀਆਂ ਨੇ। ਹੁਣ ਜੋ ਬੇਸਿਕ ਟ੍ਰੇਨਿੰਗਾਂ ਜਿਹੜੀਆਂ ਅਸੀਂ ਦਿੰਨੇ ਆ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ, ਉਹਦੇ ਵਿੱਚ ਅਸੀਂ A to Z ਮਧੂ ਮੱਖੀ ਦੇ ਸਰੀਰ ਦੀ ਬਣਤਰ ਤੋਂ ਲੈ ਕੇ ਉਹਨੂੰ ਕਿਹੜੀ ਬਿਮਾਰੀਆਂ ਹੁੰਦੀਆਂ ਨੇ, ਅਸੀਂ ਉਹਦੀ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਹੈ, ਉਸ ਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਵੀ ਕਿ ਉਹਦੀ ਇਕਨੋਮਿਕਸ ਕੀ ਰਹੇਗੀ ਜੀ, ਅਸੀਂ ਸਰਦੀਆਂ ਦੇ ਵਿੱਚ ਕਿਸ ਤਰ੍ਹਾਂ ਧਿਆਨ ਰੱਖਣਾ ਮੱਖੀਆਂ ਦਾ, ਗਰਮੀਆਂ ਦੇ ਵਿੱਚ ਕਿਸ ਤਰ੍ਹਾਂ ਧਿਆਨ ਰੱਖਣਾ। ਟ੍ਰੇਨਿੰਗਾਂ ਤਾਂ ਹੋ ਗਈਆਂ, ਇਹਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਕਿਉਂਕਿ ਟ੍ਰੇਨਿੰਗ ਤਾਂ ਅਸੀਂ ਦੇਤੀ, ਬੇਸਿਕ ਗਿਆਨ ਦੇਤਾ, ਉਹਦੇ ਵਿੱਚ ਅਸੀਂ ਤਾਂ ਜਗਤਾਰ ਸਾਹਿਬ ਬੈਠੇ ਨੇ ਇੱਥੇ ਜੀ, ਇਹਨਾਂ ਨੂੰ ਵੀ ਅਸੀਂ ਇਨਵਾਈਟ ਕਰਦੇ ਹੁੰਦੇ ਕਿਉਂਕਿ ਇਹ ਸਾਡੇ ਲਈ ਬਹੁਤ ਵੱਡੇ ਰਿਸੋਰਸ ਪਰਸਨ ਨੇ। ਅਸੀਂ ਤਾਂ ਕਿਤਾਬੀ ਗਿਆਨ ਦੇ ਦੇਣਾ, ਪਰ ਫੀਲਡ ਦੇ ਵਿੱਚ ਆਪਣੇ ਮਧੂ ਮੱਖੀ ਪਾਲਕਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਨੇ ਸਹਾਇਕ ਧੰਦਾ ਸ਼ੁਰੂ ਕੀਤਾ ਸੀ, ਉਹਨਾਂ ਨੂੰ ਕਿਹੜੀ ਸਮੱਸਿਆਵਾਂ ਆਈਆਂ, ਉਹਨਾਂ ਨੇ ਕਿਵੇਂ ਇਹਨਾਂ ਦਾ ਹੱਲ ਜਿਹੜਾ ਲੱਭਿਆ, ਇਹਨਾਂ ਨੂੰ ਵੀ ਇਨਕਲੂਡ ਕਰਦੇ ਆ ਤੇ ਨਾਲੇ ਹਾਰਟੀਕਲਚਰ ਡਿਪਾਰਟਮੈਂਟ ਤੋਂ ਐਕਸਪਰਟਸ ਨੂੰ ਵੀ ਜਿਹੜਾ ਇਹਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈ ਜੀ। ਸੋ ਜਗਤਾਰ ਸਿੰਘ ਅਣਜਾਣ ਹੋਰਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਣੇ ਆ। ਜਗਤਾਰ ਸਿੰਘ ਜੀ, ਜਿਹੜਾ ਤੁਸੀਂ ਇਸ ਕਿੱਤੇ ਨੂੰ ਆਪਣੇ ਪਿੰਡੇ ਤੇ ਹੰਢਾਇਆ, ਬਹੁਤ ਸਾਰੇ ਘਾਟੇ ਵਾਧੇ ਜਿਹੜੇ ਆਪਣੇ ਪਿੰਡੇ ਤੇ ਜਿਹੜੇ ਆਪਣੀ ਜੇਬ ਤੇ ਤੁਸੀਂ ਬਰਦਾਸ਼ਤ ਕੀਤੇ। ਹੁਣ ਜੇ ਬਾਹਲੀ ਆਪਾਂ ਤਕਨੀਕੀ ਗਿਆਨ ਵੱਲ ਨਾ ਜਾਈਏ ਕਿਉਂਕਿ ਸਮਾਂ ਵੀ ਸੀਮਤ ਹੈ ਤੇ ਮਕਸਦ ਮੇਰਾ ਇਹ ਹੈ ਕਿ ਸਾਡੇ ਜਿਹੜੇ ਕਿਸਾਨ ਆ ਇਸ ਧੰਦੇ ਦੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਫਾਇਦਾ ਹੋ ਸਕੇ ਇਸ ਪ੍ਰੋਗਰਾਮ ਤੋਂ। ਸੋ ਬਾਹਲੀਆਂ ਤਕਨੀਕੀ ਗੱਲਾਂ ਆਪਾਂ ਨਾ ਕਰਦੇ ਹੋਏ ਇਹ ਮਤਲਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਕੋਈ ਕਿਸਾਨ ਸਾਡਾ ਮਧੂ ਮੱਖੀ ਪਾਲਣ ਦੇ ਧੰਦੇ ਦੇ ਨਾਲ ਜੁੜਦਾ ਤਾਂ ਉਹਦੀ ਸ਼ੁਰੂਆਤ ਕਿਹੋ ਜਿਹੀ ਹੋਣੀ ਚਾਹੀਦੀ ਹੈ? ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਕਿਸਾਨ ਭਰਾਵਾਂ ਨੂੰ ਅੱਜ ਦੇ ਜਿਹੜੇ तमाम ਦਰਸ਼ਕ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਆ ਸਾਰਿਆਂ ਨੂੰ ਵਰਲਡ ਵੀ ਡੇ ਤੇ ਮੁਬਾਰਕਬਾਦ ਪੇਸ਼ ਕਰਦਾ। ਮੇਰੇ ਤੋਂ ਪਹਿਲਾਂ ਡਾਕਟਰ ਵਿਨੇ ਪਠਾਣੀਆ ਜੀ ਨੇ ਕਾਫੀ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ ਵੀ ਐਂਟਨ ਜੌਨਸਨ ਨੇ 300 ਵਰ੍ਹੇ ਪਹਿਲਾਂ ਹੀ ਜਿਹੜਾ ਅੱਜ ਦੇ ਦਿਨ ਨੂੰ ਮਤਲਬ ਉਹਨਾਂ ਦੇ ਜਨਮ ਦਿਨ ਨੂੰ ਇਹ ਸਮਰਪਿਤ ਕੀਤਾ ਗਿਆ ਵੀ 300 ਵਰ੍ਹੇ ਪਹਿਲਾਂ ਉਹਨਾਂ ਨੇ ਮੱਖੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਜੀ ਜੀ ਜੀ। ਤਾਂ 1960 ਦੇ ਲਗਭਗ ਆਸੇ-ਪਾਸੇ ਸਾਡੇ ਵੀ ਇੱਥੇ ਖੋਜਾਂ ਸ਼ੁਰੂ ਹੋ ਗਈਆਂ, ਪਹਾੜੀ ਖੇਤਰ ਦੇ ਵਿੱਚ ਮੱਖੀਆਂ ਹੋਈਆਂ, ਹੌਲੀ-ਹੌਲੀ ਕਰਦਿਆਂ 1985 ਤੱਕ ਆਉਂਦਿਆਂ PAU ਦੇ ਵਿੱਚ ਮਧੂਮੱਖੀ ਪਾਲਣ ਦੀ ਜਿਹੜੀ ਟ੍ਰੇਨਿੰਗ ਸ਼ੁਰੂ ਹੋਈ। ਤਾਂ ਇਹ ਦੇਖਿਆ ਗਿਆ ਕਿ ਪੰਜਾਬ ਤੋਂ ਸ਼ੁਰੂਆਤ ਕਰਕੇ ਮਤਲਬ ਮਧੂਮੱਖੀ ਪਾਲਣ ਦਾ ਕਿੱਤਾ ਜਿਹੜਾ ਅੱਜ ਪੂਰੇ ਦੇਸ਼ ਵਿੱਚ ਫੈਲਿਆ ਜੀ। ਤੇ ਜਦੋਂ ਸ਼ੁਰੂਆਤ ਦੇ ਵਿੱਚ ਜਦੋਂ ਕਿਸੇ ਵੀ ਮਧੂਮੱਖੀ ਪਾਲਕ ਨੇ ਖਾਸ ਕਰਕੇ ਟ੍ਰੇਨਿੰਗ ਹਾਸਲ ਕਰਨੀ ਹੈ ਤਾਂ ਜਾਂ ਸਵੈ ਰੁਜ਼ਗਾਰ ਦੇ ਤੌਰ ਤੇ ਇਸ ਕਿੱਤੇ ਨੂੰ ਚੋਣ ਕਰਨੀ ਹੈ ਕਿਸੇ ਨੇ, ਤਾਂ ਸਭ ਤੋਂ ਪਹਿਲਾਂ ਤਾਂ ਹੈਗੀ ਇਹਦੀ ਬੇਸਿਕ ਟ੍ਰੇਨਿੰਗ ਜਿਹੜੀ ਵਿਨੇ ਪਠਾਣੀਆ ਜੀ ਬੈਠੇ ਆ ਇਹ ਟ੍ਰੇਨ ਕਰਦੇ ਨੇ ਬੀਕੀਪਰ ਸਾਥੀਆਂ ਨੂੰ। ਤੇ KVK ਸੈਂਟਰਾਂ 'ਚ ਵੀ ਟ੍ਰੇਨਿੰਗ ਮਿਲਦੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਟ੍ਰੇਨਿੰਗ ਮਿਲਦੀ ਹੈ। ਤੇ ਉੱਥੇ ਜਦੋਂ ਅਸੀਂ ਬੇਸਿਕ ਟ੍ਰੇਨਿੰਗ ਕਰ ਲੈਂਦੇ ਹਾਂ ਤੇ ਕੰਮ ਧੰਦਾ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਐਡਵਾਂਸ ਟ੍ਰੇਨਿੰਗਾਂ ਵੀ ਹੈਗੀਆਂ, ਬਹੁਤ ਸਾਰੀਆਂ ਜਿਹੜੀਆਂ ਤਕਨੀਕੀ ਟ੍ਰੇਨਿੰਗਾਂ ਵੀ ਹੀ ਲੱਗਦੀਆਂ ਨੇ। ਯਾਨੀ ਸਭ ਤੋਂ ਜ਼ਰੂਰੀ ਟ੍ਰੇਨਿੰਗ ਹੈ, ਸਭ ਤੋਂ ਪਹਿਲਾਂ ਟ੍ਰੇਨਿੰਗ ਲਵੇ ਸਾਡਾ ਕਿਸਾਨ ਜੀ ਜੀ। ਤੇ ਡਾਕਟਰ ਸਾਹਿਬ, ਟ੍ਰੇਨਿੰਗ ਕਿਸੇ ਕਿਸਾਨ ਨੇ ਲੈਣੀ ਹੋਵੇ, ਹੁਣ ਮੰਨ ਲਓ ਆਹ ਪ੍ਰੋਗਰਾਮ ਸੁਣ ਕੇ ਮਨ ਬਣ ਗਿਆ ਸਾਡੇ ਕਿਸਾਨ ਵੀਰ ਦਾ, ਭੈਣ ਦਾ, ਤੇ ਯਾਨੀ ਇੱਕ ਤਾਂ ਮੈਨੂੰ ਇਹ ਦੱਸੋ ਵੀ ਭੈਣਾਂ ਵੀ ਟ੍ਰੇਨਿੰਗ ਲੈ ਸਕਦੀਆਂ ਤੇ ਭੈਣਾਂ ਇਸ ਕਿੱਤੇ ਦੇ ਵਿੱਚ ਹੱਥ ਅਜ਼ਮਾਈ ਕਰ ਸਕਦੀਆਂ? ਜੀ, ਇਹ ਕ੍ਰਿਸ਼ੀ ਵਿਗਿਆਨ ਕੇਂਦਰ ਜੀ ਸਾਰਿਆਂ ਦਾ, ਇੱਥੇ ਕੋਈ ਵੀ ਭੈਣਾਂ, ਕਿਸਾਨ ਭੈਣਾਂ, ਬੀਬੀਆਂ ਹੋ ਗਈਆਂ, ਆਪਣੇ ਕਿਸਾਨ ਭਰਾ, ਸਕੂਲ ਡ੍ਰੌਪ ਆਊਟਸ ਹੋ ਗਏ, ਅਨਐਮਪਲੋਇਡ ਯੂਥ ਹੋ ਗਿਆ, ਅਸੀਂ ਕੋਈ ਏਜ ਲਿਮਿਟ ਨਹੀਂ ਜਿਹਦੇ ਕੋਲੇ ਮਤਲਬ ਖੇਤੀਯੋਗ ਜ਼ਮੀਨ ਹੈ ਨਹੀਂ, ਬੇਜ਼ਮੀਨ ਅਸੀਂ ਮੈਂ ਤੁਹਾਨੂੰ ਦੱਸਾਂ ਸਾਡੇ ਕੋਲ ਇੰਨੀ ਡਾਇਵਰਸਿਟੀ ਹੁੰਦੀ, ਜ਼ਮੀਨ ਬੇਜ਼ਮੀਨੇ ਤੋਂ ਲੈ ਕੇ ਬਹੁਤ ਵੱਧ ਜ਼ਮੀਨਾਂ ਵਾਲੇ, ਏਜ ਦੀ ਕੋਈ ਲਿਮਿਟ ਨਹੀਂ, 18-19 ਸਾਲਾਂ ਤੋਂ ਲੈ ਕੇ 60 ਸਾਲਾਂ ਤੱਕ ਦੇ ਆਉਂਦੇ ਨੇ, ਪੜ੍ਹੇ ਲਿਖੇ ਜਿਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਅਸੀਂ ਹਰ ਇੱਕ ਬੰਦੇ ਨੂੰ ਮੌਕਾ ਦਿੰਦੇ ਆ।
ਕਿਸਾਨ ਭਰਾ ਕਿਸਾਨ ਭੈਣਾਂ ਕੋਈ ਵੀ ਆ ਕੇ ਸਾਡੇ ਕੋਲ ਜਿਹੜਾ ਟ੍ਰੇਨਿੰਗ ਲੈ ਸਕਦਾ। ਹਾਂ, ਕਿਸਾਨ ਭੈਣਾਂ ਲਈ ਜਿਹੜੀ ਹੈਗੀ ਫੀਮੇਲਸ ਲਈ ਇਹ ਟ੍ਰੇਨਿੰਗ ਜਿਹੜੀ ਹੈ ਉਹ ਫ੍ਰੀ ਆਫ ਕੋਸਟ ਹੁੰਦੀ ਹੈ। ਕਿਸਾਨ ਭਰਾਵਾਂ ਤੋਂ ਜਿਹੜਾ ਹੈਗਾ 50 ਰੁਪਏ ਚਾਰजेस ਹੁੰਦੇ ਨੇ ਇਸ ਟ੍ਰੇਨਿੰਗ ਦੇ। 5 ਤੋਂ 7 ਦਿਨ ਦੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਾਰੇ 50 ਰੁਪਈਆਂ ਦੇ ਵਿੱਚ 7 ਦਿਨਾਂ ਦੀ ਬਿਲਕੁਲ ਜੀ, ਬਿਲਕੁਲ ਜੀ। ਤੇ ਕਿਸ ਤਰ੍ਹਾਂ ਜਿਹੜਾ ਤੁਹਾਡੇ ਤੱਕ ਸਾਡਾ ਕਿਸਾਨ ਵੀਰ ਜਾਂ ਭੈਣਾਂ ਪਹੁੰਚ ਕਰਨ, ਕੋਈ ਨੰਬਰ ਦੇ ਸਕਦੇ ਹੋ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਉਹਨਾਂ ਨੂੰ ਆਉਣਾ ਪਊਗਾ? ਜੇ ਤਾਂ ਆਪਣੇ ਕਿਸਾਨ ਭਰਾ ਜਾਂ ਭੈਣਾਂ ਪਰਸਨਲੀ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਚ ਆ ਜਾਣ ਬਹੁਤ ਵਧੀਆ। ਅਸੀਂ ਰਜਿਸਟਰ ਤੇ ਉਹਨਾਂ ਦਾ ਨਾਮ, ਪਤਾ ਤੇ ਫੋਨ ਨੰਬਰ ਨੋਟ ਕਰ ਲੈਂਦੇ ਹੁੰਦੇ ਆ। ਜੇ ਨਹੀਂ ਆ ਸਕਦੇ, ਮਾਫ ਕਰਨਾ ਮੈਂ ਤੁਹਾਨੂੰ ਟੋਕ ਰਿਹਾ, ਵੀ ਜੇ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨ ਵੀਰੋ ਗੇੜਾ ਲੱਗਦਾ ਰਹੇ ਤਾਂ ਬਹੁਤ ਕੁਝ ਜਿਹੜਾ ਸਾਨੂੰ ਸਿੱਖਣ ਨੂੰ ਮਿਲਦਾ। ਨਵੀਂ ਤਕਨੀਕ ਕੀ ਆਈ ਆ, ਨਵੀਆਂ ਸਕੀਮਾਂ ਕਿਹੜੀਆਂ ਆਈਆਂ। ਬਾਕੀ ਉੱਥੇ ਕਈ ਵਾਰੀ ਟ੍ਰੇਨਿੰਗ ਚੱਲ ਹੀ ਰਹੀ ਹੁੰਦੀ ਆ। ਉੱਥੇ ਬਹੁਤ ਸਾਰੇ ਜਿਹੜੇ ਕਾਮਯਾਬ ਮਧੂਮੱਖੀ ਪਾਲਕ ਵੀ ਤੁਹਾਨੂੰ ਮਿਲ ਜਾਣਗੇ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਮਤਲਬ ਉਹਨਾਂ ਨੂੰ ਸ਼ੁਰੂ ਦੇ ਵਿੱਚ ਘਾਟੇ 'ਚ ਲੈ ਕੇ ਗਈਆਂ, ਉਹਨਾਂ ਦਾ ਗਿਆਨ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਹੋ ਜਾਂਦਾ। ਜੀ। ਜੇ ਉਹ ਨਹੀਂ ਆ ਸਕਦੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ, ਸਾਡਾ ਫੋਨ ਨੰਬਰ ਜਿਹੜਾ ਟੈਲੀਫੋਨ ਨੰਬਰ ਨੋਟ ਕਰ ਲੈਣ 0164 22 15 619। ਰਿਪੀਟ ਕਰਦੇ ਹਾਂ 0164 22 15 619। ਇਸ ਤੇ ਫੋਨ ਕਰਕੇ ਜਿਹੜਾ ਹੈ ਸੋਮਵਾਰ ਤੋਂ ਸ਼ੁੱਕਰਵਾਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣਾ ਨਾਮ ਜਿਹੜਾ ਉਹ ਦਰਜ ਕਰਾ ਸਕਦੇ ਨੇ। ਤੇ ਡਾਕਟਰ ਸਾਹਿਬ ਇਹ ਫੋਨ, ਕਿਉਂਕਿ ਹੁਣ ਨਾ ਜਿਹੜੇ ਲੈਂਡਲਾਈਨ ਨੰਬਰ ਜਦੋਂ ਕੋਈ ਦਿੰਦਾ ਤਾਂ ਮਤਲਬ ਨਾ ਉਹ ਐ ਜੇ ਲੱਗਦਾ ਘੰਟੀ ਜੀ ਵੱਜਦੀ ਦਿਮਾਗ ਦੇ ਵਿੱਚ, ਯਾਰ ਪਤਾ ਨਹੀਂ ਇਹ ਚੱਲਦਾ ਹੋ ਜਾਣਾ। ਇਹ ਚੱਲਦਾ ਰਹਿੰਦਾ ਆਪਣਾ ਨੰਬਰ ਜਿਹੜਾ? ਮੈਂ ਤੁਹਾਨੂੰ ਟਾਈਮਿੰਗ ਦੱਸਦੀ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ। ਛੁੱਟੀ ਵਾਲੇ ਦਿਨ ਨਾ ਫੋਨ ਕਰਨ ਤੇ ਫੋਨ ਜਿਹੜਾ ਉਹ ਸਾਡਾ ਜ਼ਰੂਰ ਅਟੈਂਡ ਹੁੰਦਾ ਤੇ ਅਸੀਂ ਜ਼ਰੂਰ ਜਿਹੜਾ ਉਹ ਐਂਟਰਟੇਨ ਕਰਦੇ ਹਾਂ ਆਪਣੇ ਕਿਸਾਨ ਭਰਾ। ਕ੍ਰਿਸ਼ੀ ਵਿਗਿਆਨ ਕੇਂਦਰ ਉਹਨਾਂ ਲਈ ਹੈ, ਅਸੀਂ ਤਾਂ ਸਿਰਫ ਉੱਥੇ ਕੰਮ ਕਰ ਰਹੇ ਹਾਂ, ਉਹਨਾਂ ਦਾ ਹੀ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜੀ। ਅਣਜਾਣ ਸਾਹਿਬ ਕੋਲੇ ਮੈਂ ਆਉਂਗਾ। ਜਗਤਾਰ ਸਿੰਘ ਜੀ, ਸ਼ੁਰੂਆਤ ਦੇ ਵਿੱਚ ਜਦੋਂ ਇਸ ਧੰਦੇ ਦੇ ਨਾਲ ਬੰਦਾ ਜੁੜਦਾ ਤਾਂ ਕਿਹੜੇ ਘਾਟੇ ਪੈ ਸਕਦੇ ਆ? ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਜਦੋਂ ਅਸੀਂ ਕਰਦੇ ਹਾਂ, ਅੱਜ ਕੋਈ ਵੀ ਸਵੈ ਰੁਜ਼ਗਾਰ ਕਰਨਾ ਹੈ ਤੇ ਸਭ ਤੋਂ ਪਹਿਲਾਂ ਨੈਗੇਟਿਵਿਟੀ ਮੇਰੇ ਖਿਆਲ ਚ ਆਉਣੀ ਹੀ ਨਹੀਂ ਚਾਹੀਦੀ। ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ। ਇਹ ਸਵਾਲ ਜਿਹੜਾ ਮੇਰਾ ਪੁੱਛਣ ਦਾ ਮਕਸਦ ਇਹ ਸੀ ਕਿ ਕਿਉਂਕਿ ਹਰੇਕ ਕਾਰੋਬਾਰ ਦੇ ਵਿੱਚ ਨਾ ਬਹੁਤ ਸਾਰੀਆਂ ਬਰੀਕ ਗੱਲਾਂ ਹੁੰਦੀਆਂ, ਤਕਨੀਕੀ ਗੱਲਾਂ ਹੁੰਦੀਆਂ ਜਿਹੜੀਆਂ ਨਵੇਂ ਬੰਦੇ ਨੂੰ ਪਤਾ ਨਹੀਂ ਹੁੰਦੀਆਂ। ਸੋ ਇਹ ਪੁੱਛਣ ਦਾ ਮਕਸਦ ਮੇਰਾ ਇਹ ਸੀ। ਵੈਸੇ ਤਾਂ ਤੁਸੀਂ ਸਹੀ ਹੋ ਕਿ ਘਾਟੇ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ, ਪਰ ਨਵੇਂ ਬੰਦੇ ਨੂੰ ਘਾਟੇ ਨਾ ਪੈਣ, ਕਿਹੜੇ ਇਹਤਿਆਤ ਰੱਖਣੇ ਚਾਹੀਦੇ ਆ? ਆਪਾਂ ਚਲੋ ਸੁਭਾਅ ਬਦਲ ਦਿੰਦੇ ਆ ਸਵਾਲ ਦਾ, ਵੀ ਇਹਤਿਆਤ ਉਹਨੂੰ ਕਿਹੜੇ ਰੱਖਣੇ ਚਾਹੀਦੇ ਨਵੇਂ ਬੰਦੇ ਨੂੰ? ਬਿਲਕੁਲ ਜੀ। ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਉਸ ਏਰੀਏ ਦੇ ਵਿੱਚ ਮਧੂਮੱਖੀ ਦੀਆਂ ਕਲੋਨੀਆਂ ਜਦੋਂ ਕੋਈ ਕੰਮ ਸ਼ੁਰੂ ਕਰਦਾ ਉਸ ਏਰੀਏ 'ਚ ਨਹੀਂ ਲਾਉਣੀ ਚਾਹੀਦੀ ਜਿੱਥੇ ਪੈਸਟੀਸਾਈਡ ਦਾ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ, ਜਿਹੜੀਆਂ ਖਾਸ ਕਰਕੇ ਮਧੂਮੱਖੀ ਦੀਆਂ ਕਲੋਨੀਆਂ ਲਈ ਬਹੁਤ ਵੱਡੀ ਘਾਤਕ ਹੈ। ਤਾਂ ਜਾਂ ਫਿਰ ਉਸ ਏਰੀਏ 'ਚ ਨਹੀਂ ਲਾਉਣੀ ਚਾਹੀਦੀ ਜਿੱਥੇ ਕਿਸੇ ਖਾਸ ਜਾਨਵਰ ਦਾ, ਜਿਵੇਂ ਹਰੀ ਚਿੜੀ ਦਾ ਬਹੁਤ ਵੱਡਾ ਅਟੈਕ ਹੈਗਾ। ਕਿਉਂਕਿ ਜਿਹੜਾ ਨਵਾਂ ਮਧੂਮੱਖੀ ਪਾਲਕ ਕੰਮ ਸ਼ੁਰੂ ਕਰੂਗਾ ਉਹਨੂੰ ਉਨੀ ਨੌਲੇਜ ਨਾ ਹੋਣ ਕਰਕੇ, ਉਨੀ ਜਾਣਕਾਰੀ ਨਾ ਹੋਣ ਕਰਕੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਦੀ ਮਧੂਮੱਖੀ ਕਲੋਨੀ ਹੈ ਜਿਹੜੀ ਥੋੜੇ ਦਿਨਾਂ 'ਚ ਕਿਵੇਂ ਕਮਜ਼ੋਰ ਪੈ ਗਈ। ਤਾਂ ਫਿਰ ਉਹ ਪੁੱਛਦਾ, ਇੱਧਰ ਉੱਧਰ ਸਵਾਲ ਕਰਦਾ, ਉਦੋਂ ਤੱਕ ਜਿਹੜਾ ਬਹੁਤ ਸਾਰਾ ਲਾਸ ਹੋ ਚੁੱਕਿਆ ਹੁੰਦਾ। ਤਾਂ ਇਹ ਚੀਜ਼ਾਂ ਹੈਗੀਆਂ ਖਾਸ ਕਰਕੇ ਉਹ ਜੀਵ ਜਿਹੜੇ ਮਧੂਮੱਖੀਆਂ ਤੇ ਅਟੈਕ ਕਰਦੇ ਆ, ਜਿਵੇਂ ਕਿ ਕਾਲਾ ਕੀੜਾ ਹੈਗਾ, ਵੱਡਾ ਕੀੜਾ ਹੈਗਾ, ਉਹ ਵੀ ਬਕਸਿਆਂ ਤੇ ਅਟੈਕ ਕਰ ਦਿੰਦਾ ਮਧੂਮੱਖੀਆਂ ਦੀ ਕਲੋਨੀਆਂ ਤੇ। ਯਾਨੀ ਉਹ ਥਾਂ ਦੀ ਚੋਣ, ਖਾਸ ਕਰਕੇ ਜਦੋਂ ਤੁਸੀਂ ਮਧੂਮੱਖੀਆਂ ਦੀ ਕਲੋਨੀਆਂ ਇੱਕ ਦੂਜੇ ਥਾਂ ਤੋਂ ਦੂਜੇ ਥਾਂ ਤੇ ਲੈ ਕੇ ਜਾਂਦੇ ਆ ਤਾਂ ਘੱਟੋ ਘੱਟ ਤੁਹਾਨੂੰ ਥਾਂ ਦੀ ਚੋਣ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੀ ਜਿਹੜੀ ਮਧੂਮੱਖੀਆਂ ਉਹ ਵੱਧ ਫੁੱਲ ਸਕਣ, ਉਹ ਪ੍ਰਫੁੱਲਤ ਹੋ ਸਕਣ ਜੀ। ਤੇ ਅਣਜਾਣ ਸਾਹਿਬ, ਸ਼ੁਰੂਆਤ ਤੁਹਾਡੀ ਕਿੰਨੇ ਬਕਸਿਆਂ ਦੀ ਸੀ? ਉਸ ਤੋਂ ਬਾਅਦ ਜਿਹੜਾ ਹੁਣ ਤੱਕ ਦਾ ਅਨੁਭਵ, ਕਿਉਂਕਿ ਮੈਂ ਨਾ ਹਰੇਕ ਪ੍ਰੋਗਰਾਮ ਦੇ ਵਿੱਚ ਪੁੱਛਦਾ ਹੁੰਦਾ ਸਾਡੇ ਕਿਸਾਨ ਵੀਰਾਂ ਨੂੰ, ਜਿਹੜੇ ਅਗਾਂਹ ਵਧੂ ਕਿਸਾਨ ਵੀਰ ਹੁੰਦੇ ਆ, ਕਿ ਹੁਣ ਤੱਕ ਦਾ ਜਿਹੜਾ ਉਹਨਾਂ ਦਾ ਉਸ ਧੰਦੇ ਦੇ ਨਾਲ ਜੁੜਿਆ ਹੋਇਆ ਅਨੁਭਵ, ਕੌੜਾ, ਮਿੱਠਾ, ਕਸੈਲਾ, ਕਿਸ ਤਰ੍ਹਾਂ ਦਾ? ਬਰਾੜ ਸਾਹਿਬ, ਬਿਲਕੁਲ ਸਾਰੀਆਂ ਚੀਜ਼ਾਂ ਜੀਵਨ ਦੇ ਨਾਲ ਨਾਲ ਚੱਲਦੀਆਂ। ਅਸੀਂ 10 ਬਕਸਿਆਂ ਤੋਂ 2000 ਦੇ ਵਿੱਚ ਸਟਾਰਟ ਕੀਤਾ ਸੀ, ਅੱਜ ਤੋਂ 22 ਵਰ੍ਹੇ ਪਹਿਲਾਂ। ਜਦੋਂ 10 ਬਕਸਿਆਂ ਤੋਂ ਕੰਮ ਸਟਾਰਟ ਕੀਤਾ ਸੀ ਤਾਂ ਸਾਨੂੰ ਇੱਕਦਮ ਜਦੋਂ 10 ਬਕਸੇ ਅਸੀਂ ਲੈ ਕੇ ਮਤਲਬ ਖਰੀਦ ਕੇ ਰੱਖੇ ਸੀ ਤਾਂ ਸਾਡੇ ਗੁਆਂਢ 'ਚ ਇੱਕ ਬੇਰੀਆਂ ਦਾ ਬਾਗ ਸੀ। ਤਾਂ ਮੋਨੋ ਦੀ ਸਪਰੇਅ ਹੋ ਗਈ, ਬਹੁਤ ਜ਼ਿਆਦਾ ਲਾਸ ਹੋ ਗਿਆ, ਇੱਕ ਵਾਰ ਮਨ ਵੀ ਟੁੱਟ ਗਿਆ ਸੀ। ਪਰ ਕਿਉਂਕਿ ਕਰਨ ਦਾ ਮਨ ਦੇ ਵਿੱਚ ਜਾਨੀ ਇਸ ਤਰ੍ਹਾਂ ਦਾ ਸੀਗਾ, ਧਾਰਿਆ ਸੀ ਵੀ ਕਰਨਾ ਹੀ ਕਰਨਾ, ਤਾਂ ਅਸੀਂ ਕਾਮਯਾਬ ਹੁੰਦੇ ਅੱਜ ਸਾਡੇ ਕੋਲੇ 550 ਕਲੋਨੀਆਂ ਤੇ ਹਰ ਸਾਲ ਅਸੀਂ ਕਲੋਨੀਆਂ ਨੂੰ ਸੇਲ ਵੀ ਕਰਦੇ ਹਾਂ। ਉਸ ਤੋਂ ਵੀ ਅੱਗੇ ਵੱਧ ਕੇ ਮੈਂ ਅੱਜ ਸਾਡੀ ਇੱਕ ਸੰਸਥਾ ਹੈ ਪੰਜਾਬ ਦੇ ਵਿੱਚ, ਬਹੁਤ ਨਾਮੀ ਸੰਸਥਾ, ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ, ਜਿਹਦਾ ਮੈਂ ਜਨਰਲ ਸੈਕਟਰੀ ਹਾਂ ਪੰਜਾਬ ਦਾ। ਕੈਰੋ ਕਿਸਾਨ ਘਰ ਦੇ ਵਿੱਚ ਜਿਹੜਾ PAU 'ਚ ਸਾਡਾ 104 ਨੰਬਰ ਕਮਰੇ 'ਚ ਦਫ਼ਤਰ ਵੀ ਹੈ, ਜਿੱਥੇ ਮਧੂਮੱਖੀ ਪਾਲਕਾਂ ਦੀਆਂ ਅਸੀਂ ਜਿਹੜੀਆਂ ਪੰਜਾਬ 'ਚ ਖਾਸ ਕਰਕੇ ਛੋਟੀਆਂ-ਮੋਟੀਆਂ ਦਿੱਕਤਾਂ ਆਉਂਦੀਆਂ ਅਸੀਂ ਉਹਨਾਂ ਨੂੰ ਵੀ ਸੋਲਵ ਕਰਨ ਦਾ ਯਤਨ ਕਰਦੇ ਹਾਂ। ਤਾਂ ਅੱਜ ਮੈਂ ਉੱਥੋਂ ਚੱਲ ਕੇ ਜਦੋਂ 10 ਬਕਸਿਆਂ ਤੋਂ ਸਟਾਰਟ ਕੀਤਾ ਸੀ, ਅੱਜ ਮੈਂ BTIT ਨੈਚੁਰਲ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਕੰਪਨੀ ਵੀ ਚਲਾ ਰਹੇ ਹਾਂ। ਜਾਨੀ ਸ਼ਹਿਦ ਹੀ ਨਹੀਂ ਕੱਲਾ ਅਸੀਂ ਪੈਦਾ ਕਰਦੇ, ਬੀ ਪੋਲਣ
ਤੇ ਬੀ ਪੋਲਨ ਤੋਂ ਬਣੇ ਹੋਏ ਪ੍ਰੋਡਕਟ ਵੀ ਮਾਰਕੀਟ ਦੇ ਵਿੱਚ ਸੇਲ ਕਰ ਰਹੇ ਹਾਂ ਜੀ। ਤੇ ਜਗਤਾਰ ਸਿੰਘ ਜੀ, ਸਪਰੇਹਾਂ ਨਾਲ ਨੁਕਸਾਨ ਜਿਵੇਂ ਤੁਸੀਂ ਦੱਸਿਆ ਹੋ ਜਾਂਦਾ, ਮੋਨੋ ਕਿਸੇ ਨੇ ਕਰਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ, ਤਾਂ ਹੀ ਜਿਹੜਾ ਇਹ ਸਵਾਲ ਮੈਂ ਪੁੱਛਿਆ ਸੀ ਕਿ ਕਈ ਵਾਰੀ ਨਾ ਸਾਡੇ ਕਿਸਾਨ ਇਹ ਸੋਚ ਲੈਂਦੇ ਆ ਕਿ 5-10 ਬਕਸੇ ਆਪਦੇ ਖੇਤੀ ਰੱਖ ਲੈਂਦੇ ਆ। ਉਹ ਸਵਾਲ ਵੀ ਮੈਂ ਤਾਂ ਹੀ ਪੁੱਛਿਆ ਸੀ ਕਿ ਨੁਕਸਾਨ ਸ਼ੁਰੂਆਤ ਦੇ ਵਿੱਚ ਤਾਂ ਹੋ ਜਾਂਦੇ ਆ ਕਿਉਂਕਿ ਪਤਾ ਨਹੀਂ ਹੁੰਦਾ, ਉਹ ਨੌਲੇਜ ਨਹੀਂ ਹੁੰਦੀ, ਉਹ ਜਾਣਕਾਰੀ ਨਹੀਂ ਹੁੰਦੀ। ਜੀ ਜੀ। ਤੇ ਪੰਜਾਬ ਖਿੱਤੇ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਮਧੂਮੱਖੀ ਦਾ ਕੀ ਭਵਿੱਖ ਹੈ ਜੇ ਕੋਈ ਸਾਡਾ ਕਿਸਾਨ ਇੱਧਰ ਹੀ ਬਕਸੇ ਰੱਖਦਾ, ਜਾਂ ਮਾਈਗ੍ਰੇਸ਼ਨ ਕਰਨੀ ਜ਼ਰੂਰੀ ਹੈ? ਬਿਲਕੁਲ ਬਰਾੜ ਸਾਹਿਬ, ਇਹ ਬਹੁਤ ਇੰਪੋਰਟੈਂਟ ਸਵਾਲ ਹੈਗਾ, ਬਹੁਤ ਜ਼ਿਆਦਾ ਮਹੱਤਵਪੂਰਨ ਸਵਾਲ ਇਸ ਕਰਕੇ ਵੀ ਹੈ ਕਿ ਜਿਹੜਾ ਕਿੱਤਾ ਪੰਜਾਬ 'ਚੋਂ ਸ਼ੁਰੂ ਹੋਇਆ ਹੋਵੇ ਤੇ ਪੰਜਾਬ 'ਚੋਂ ਸ਼ੁਰੂ ਹੋ ਕੇ ਦੂਜੇ ਸੂਬਿਆਂ 'ਚ ਗਿਆ ਹੋਵੇ, ਗੁਆਂਢੀ ਰਾਜਾਂ ਦੇ ਵਿੱਚ ਫੈਲਿਆ ਹੋਵੇ, ਤਾਂ ਉਹਦੀ ਬਜਾਏ ਉਹ ਗੁਆਂਢੀ ਸੂਬੇ ਅੱਗੇ ਵਧਣ ਪੰਜਾਬ ਨਾਲੋਂ, ਤਾਂ ਪੰਜਾਬ ਦੇ ਵਿੱਚ ਇੱਕ ਤਾਂ ਫਲੋਰੀਕਲਚਰ ਲਗਾਤਾਰ ਘਟ ਗਿਆ। ਪਿਛਲੇ ਸਮੇਂ 'ਚ ਸਨਫਲਾਵਰ ਦੀ ਖੇਤੀ ਬੜੇ ਬਹੁਤਾਤ ਦੇ ਵਿੱਚ ਹੁੰਦੀ ਸੀ, ਉਹ ਨਿਰਧਾਰਤ ਹੋ ਗਈ। ਤੇਲ ਬੀਜ ਦੀਆਂ ਫਸਲਾਂ ਘਟ ਗਈਆਂ, ਜਿਹਦੇ ਕਰਕੇ ਜਿਹੜਾ ਆਉਣ ਵਾਲਾ ਭਵਿੱਖ ਥੋੜਾ ਸਾਨੂੰ ਇਹ ਲੱਗਦਾ ਕਿ ਡਾਮਾਡੋਲ ਹੈਗਾ। ਪਰ ਕਿਉਂਕਿ ਮਨ ਨਹੀਂ ਸਿੱਟਿਆ ਜਾ ਸਕਦਾ, ਤਾਂ ਬਹੁਤ ਸਾਰੀਆਂ ਸੰਭਾਵਨਾਵਾਂ ਹੈਗੀਆਂ ਇਸ ਕਿੱਤੇ ਦੇ ਵਿੱਚ, ਜਿਨ੍ਹਾਂ ਨੂੰ ਕਰਕੇ ਅੱਗੇ ਵਧਿਆ ਜਾ ਸਕਦਾ। ਖਾਸ ਕਰਕੇ ਪੰਜਾਬ ਦੀ ਸਟੇਟ ਦਾ ਜਿਹੜਾ ਖੇਤੀ ਮਾਡਲ ਹੈ, ਜੇ ਕਿਤੇ ਪੰਜਾਬ ਸਰਕਾਰ ਉਹਨੂੰ ਚੇਂਜ ਕਰ ਲੇ ਥੋੜਾ ਬਹੁਤਾ, ਤਾਂ ਮਧੂਮੱਖੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਕਿਸਾਨਾਂ ਦੀ ਹੈਲਪ ਕਰਦੀਆਂ ਨੇ, ਮਦਦ ਕਰਦੀਆਂ ਨੇ ਪੈਦਾਵਾਰ 'ਚ, ਯਾਨੀ 12% ਤੋਂ ਲੈ ਕੇ 25-30% ਤੱਕ ਪੈਦਾਵਾਰ 'ਚ ਪੋਲੀਨੇਸ਼ਨ ਦੇ ਜ਼ਰੀਏ ਫਾਇਦਾ ਹੁੰਦਾ ਹੈ ਫਸਲਾਂ ਨੂੰ। ਤਾਂ ਜਦੋਂ ਕਿਸਾਨਾਂ ਦੀ ਮਦਦਗਾਰ ਹੈ, ਅੱਜ ਪੋਲੀਨੇਟਰ ਕੱਲੀਆਂ ਮਧੂਮੱਖੀਆਂ ਦੀ ਆਪਾਂ ਗੱਲ ਨਾ ਕਰੀਏ, ਤਿਤਲੀਆਂ ਭੰਵਰੇ ਕਿਸੇ ਸਮੇਂ 'ਚ ਬਹੁਤ ਜ਼ਿਆਦਾ ਹੁੰਦੇ ਸੀ ਪੰਜਾਬ 'ਚ। ਅੱਜ ਪੈਸਟੀਸਾਈਡ ਦੀ ਅੰਧਾਧੁੰਦ ਵਰਤੋਂ ਕਰਕੇ ਪੋਲੀਨੇਟਰ ਲਗਾਤਾਰ ਘਟੇ ਆ, ਤੇ ਜੇ ਪੋਲੀਨੇਟਰ ਘਟਿਆ ਤਾਂ ਉਹ ਤਾਂ ਮਧੂਮੱਖੀਆਂ ਤੇ ਵੀ ਅਸਰ ਹੋਇਆ। ਜਿਹੜੀਆਂ ਸਾਡੀਆਂ ਜੰਗਲੀ ਮੱਖੀਆਂ ਸੀ ਉਹ ਲਗਭਗ ਪ੍ਰਵਾਸ ਕਰਕੇ ਦੂਜੇ ਪਾਸੇ ਸਾਈਡਾਂ ਤੇ ਚਲੀਆਂ ਗਈਆਂ ਜਾਂ ਪਹਾੜੀ ਖੇਤਰਾਂ 'ਚ ਚਲੀਆਂ ਗਈਆਂ, ਜਿੱਥੇ ਖਾਸ ਕਰਕੇ ਪੈਸਟੀਸਾਈਡ ਦੀ ਘੱਟ ਵਰਤੋਂ ਹੁੰਦੀ ਹੈ। ਤਾਂ ਪੰਜਾਬ 'ਚ ਥੋੜੀ ਜਿਹੀ ਚਿੰਤਾਜਨਕ ਸਥਿਤੀ ਤਾਂ ਹੈਗੀ ਆ, ਲਗਾਤਾਰ ਉਹ ਗਰੋਥ ਨਹੀਂ ਹੁੰਦੀ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮਧੂਮੱਖੀ ਪਾਲਕਾਂ ਨੂੰ ਵੀ ਜਿਹੜਾ ਸੀਜ਼ਨ ਦਾ ਟਾਈਮ ਹੁੰਦਾ ਉਹ ਗੁਆਂਢੀ ਰਾਜਾਂ ਵਿੱਚ ਹੀ ਗੁਜ਼ਾਰਨਾ ਪੈਂਦਾ। ਰਾਜਸਥਾਨ, ਹਰਿਆਣਾ, ਯੂਪੀ ਵਰਗੀਆਂ ਸਟੇਟਾਂ ਦੇ ਵਿੱਚ ਜਾ ਕੇ ਸਰੋਂ ਤੋਂ ਸ਼ਹਿਦ ਆ ਜਿਹੜਾ ਪ੍ਰਾਪਤ ਕਰਨਾ ਪੈਂਦਾ ਜੀ। ਸੋ ਡਾਕਟਰ ਵਿਨੇ ਪਠਾਣੀਆ ਜੀ ਬੈਠੇ ਨੇ ਇੱਥੇ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇ ਤੁਹਾਡੇ ਕੋਲੇ ਕਿਸਾਨ ਆਉਂਦੇ ਨੇ ਟ੍ਰੇਨਿੰਗ ਲੈਣ ਤੇ? ਤੁਸੀਂ ਬਹੁਤ ਸਾਰੇ ਅਜਿਹੇ ਕਿਸਾਨ ਵੀ ਦੇਖੇ ਹੋਣਗੇ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਥੋੜੇ ਤੋਂ ਸ਼ੁਰੂ ਕਰਕੇ ਤੇ ਬੜੀ ਤਰੱਕੀ ਕੀਤੀ ਇਸ ਕਿੱਤੇ ਦੇ ਵਿੱਚ। ਸਾਡੇ ਸਾਹਮਣੇ ਇੱਕ ਤਾਂ ਸਕਸੈਸ ਬਿਲਕੁਲ ਬੈਠੇ ਨੇ, ਹੈ ਨਾ, ਸਰਦਾਰ ਜਗਤਾਰ ਸਿੰਘ ਅਣਜਾਣ ਬੈਠੇ ਨੇ, ਤਖੱਲਸ ਇਹਨਾਂ ਦਾ ਅਣਜਾਣ ਆ, ਪਰ ਬੜੇ ਮਤਲਬ ਤਜਰਬੇਕਾਰ ਨੇ, ਜਾਣਕਾਰੀ ਬੜੀ ਹੈ ਜੀ ਜੀ। ਤੇ ਮੈਨੂੰ ਲੱਗਦਾ ਕਿ ਅਸੀਂ ਟੀਚਰ ਹੈਗੇ ਆ, ਕਿ ਪਰ ਮੈਨੂੰ ਲੱਗਦਾ ਕਿ ਇਹ ਵੀ ਸਾਡੇ ਟੀਚਰ ਨੇ, ਅਸੀਂ ਇਹਨਾਂ ਤੋਂ ਵੀ ਬਹੁਤ ਕੁਝ ਸਿੱਖਦੇ ਇਹਨਾਂ ਦਾ, ਕਿਉਂਕਿ ਵਾਸਤਵਿਕ ਇਤਿਹਾਸ। ਬਾਕੀ ਕੁਝ ਤੁਸੀਂ ਕਹਿੰਦੇ ਹੋ ਕਿ ਕਿਸ ਤਰ੍ਹਾਂ ਦੇ ਕਿਸਾਨ ਭਰਾ ਸਾਡੇ ਕੋਲ ਆਉਂਦੇ ਨੇ, ਸਾਡੇ ਕੋਲ ਇਸ ਤਰ੍ਹਾਂ ਦੇ ਕਿਸਾਨ ਭਰਾ ਵੀ ਆਉਂਦੇ ਨੇ ਜਿਹੜੇ ਕਿ ਰਿਵਾਇਤੀ ਖੇਤੀਬਾੜੀ ਜਾਂ ਕਨਵੈਨਸ਼ਨਲ ਫਾਰਮਿੰਗ ਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਡਰਾਈਵਿੰਗ ਕਰਨਾ ਸ਼ੁਰੂ ਕਰ ਦਿੱਤੀ ਸੀਗੀ। ਉਹ ਕਿਸਾਨ ਭਰਾ ਵੀ ਆ ਕੇ ਜਿਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਸਿਖਲਾਈ ਲਈ, ਤੇ ਉਹ ਵੀ ਹੁਣ ਜਿਹੜੇ ਨੇ ਮਧੂਮੱਖੀ ਪਾਲਣ ਕਰ ਰਹੇ ਨੇ, ਤੇ ਆਪਣੇ ਮਤਲਬ ਇੱਕ ਤਾਂ ਵਿਦੇਸ਼ ਤੋਂ ਦੇਸ਼ 'ਚ ਲੌਟ ਕੇ ਆਏ, ਮੁੜ ਕੇ ਆਏ, ਤੇ ਇੱਧਰ ਆ ਕੇ ਉਹਨਾਂ ਨੇ ਖੇਤੀਬਾੜੀ ਦਾ ਜਿਹੜਾ ਖਾਸ ਕਰਕੇ ਮਧੂਮੱਖੀ ਪਾਲਣ ਦਾ ਢੰਗ ਦਾ ਜਿਹੜਾ ਸ਼ੁਰੂ ਕੀਤਾ, ਇਹਨੂੰ ਪ੍ਰਮੋਟ ਕੀਤਾ। ਹੁਣ ਅੱਗੇ ਉਹ ਅਵਾਰਡ ਵੀ ਲੈ ਕੇ ਆਏ ਨੇ ਜੀ। ਕੁਝ ਕਿਸਾਨ ਭਰਾਵਾਂ ਦਾ ਮੈਂ ਨਾਮ ਵੀ ਲੈਣਾ ਚਾਹਾਂਗਾ। ਜਗਤਾਰ ਜੀ ਤਾਂ ਬੈਠੇ ਨੇ, ਅਪਰਪਾਲ ਸਿੰਘ ਜੀ ਹੋ ਗਏ, ਆਪਣੇ ਸ਼੍ਰੀ ਸ਼ਲਿੰਦਰ ਸਿੰਘ ਜੀ ਹੋ ਗਏ, ਇੱਕ ਬਹੁਤ ਹੀ ਸਾਡਾ ਗਾਂ ਵੱਧੂ ਬੀ ਕੀਪਰ ਹੈ ਗੁਰਪਿਆਰ ਸਿੰਘ ਪੱਕਾ ਕਲਾਂ ਤੋਂ, ਇਹ ਕੁਝ ਇੱਕ ਚਮਕੌਰ ਸਿੰਘ ਜੀ ਨੇ ਨਥਾਣਾ ਤੋਂ। ਇਹ ਕੁਝ ਸਾਡੇ ਜਿਹੜੇ ਨੇ ਨਾ ਸਿਰ ਕੱਢ, ਮੈਨੂੰ ਲੱਗਦਾ ਕਿ ਸਿਰਫ ਸਾਡੇ ਬਠਿੰਡੇ ਦੇ ਨਹੀਂ, ਪੰਜਾਬ ਦੇ ਨਹੀਂ, ਸਾਡੇ ਇੰਡੀਆ ਦੇ ਮੇਨ ਬੀ ਕੀਪਰਾਂ ਦੇ ਵਿੱਚੋਂ, ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਨਾ ਦਾ 3rd ਰੈਂਕ ਹੈ ਇੰਡੀਆ ਦੇ ਵਿੱਚ ਸ਼ਹਿਦ ਦੀ ਪ੍ਰੋਡਕਸ਼ਨ 'ਚ। ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਮਾਲਵਾ ਰੀਜਨ, ਖਾਸ ਕਰਕੇ ਬਠਿੰਡਾ ਰੀਜਨ ਜਿਹੜਾ ਉਹ ਸਭ ਤੋਂ ਉੱਪਰ ਹੈ ਇਸ ਟਾਈਮ। ਤੇ ਜਗਤਾਰ ਸਿੰਘ ਜੀ, ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਇਸ ਕਿੱਤੇ 'ਚੋਂ ਮੰਡੀ ਦੇ ਵਿੱਚ ਉਤਾਰਦੇ ਹੋ ਵੇਚਣ ਵਾਸਤੇ? ਬਰਾੜ ਸਾਹਿਬ, ਬਹੁਤ ਵਧੀਆ ਗੱਲ ਹੈਗੀ। ਅਸੀਂ ਬੀ ਪੋਲਨ ਤੇ ਕੰਮ ਕਰ ਰਹੇ ਹਾਂ, ਉਹਦੇ ਨਾਲ ਸ਼ਹਿਦ ਅਤੇ ਬੀ ਪੋਲਨ ਦਾ ਇੱਕ ਮਿਸ਼ਰਣ ਅਸੀਂ ਬੀ ਟ੍ਰੀਟ ਦੇ ਨਾਂ ਤੇ એનર્ਜੀ ਡਰਿੰਕ ਤਿਆਰ ਕੀਤਾ, ਤੇ ਜਿਹੜਾ ਅਸੀਂ ਮਾਰਕੀਟ ਕਰ ਰਹੇ ਹਾਂ, ਜਿਹੜਾ ਬੜਾ ਪਸੰਦ ਕੀਤਾ ਜਾ ਰਿਹਾ। ਜਿਹੜੇ ਆਮ ਤਰ੍ਹਾਂ ਦੇ ਡਰਿੰਕ, ਸੌਫਟ ਡਰਿੰਕਸ ਆਉਂਦੇ ਆ ਬਾਜ਼ਾਰ 'ਚ, ਉਹਨਾਂ ਦੀ ਬਜਾਏ ਅਸੀਂ ਸ਼ਹਿਦ ਦਾ, ਹਨੀ ਦਾ ਬਣਾਇਆ ਹੋਇਆ ਡਰਿੰਕ ਹੈ ਜਿਹੜਾ ਬਾਜ਼ਾਰ 'ਚ ਵੇਚ ਰਹੇ ਹਾਂ। ਉਸ ਤੋਂ ਇਲਾਵਾ ਅਸੀਂ ਹਨੀ ਨਾਲ ਬਣਾਏ ਹੋਏ ਹਾਂ ਜਿਹੜੀਆਂ ਕਈ ਚੀਜ਼ਾਂ ਹੋਰ ਜਿਹੜੀਆਂ ਬਾਜ਼ਾਰ 'ਚ ਲੈ ਕੇ ਆ ਰਹੇ ਹਾਂ ਆਉਣ ਵਾਲੇ ਟਾਈਮ 'ਚ। ਖਾਸ ਕਰਕੇ ਵੀ ਵੈਕਸ ਦੇ ਹੁਣ ਤੱਕ ਬਹੁਤਾ ਕੰਮ ਨਹੀਂ ਹੋਇਆ। ਅਸੀਂ ਵੀ ਵੈਕਸ ਨੂੰ ਯੂਜ਼ ਕਰਕੇ ਮਤਲਬ ਬਟਰ ਕਰੀਮ, ਜਾਨੀ ਬਾਡੀ ਲੋਸ਼ਨ ਬਣਾਉਣ ਦਾ ਕੰਮ ਜਿਹੜਾ, ਉਹਦੇ ਪਾਸੇ ਵੀ ਜਿਹੜਾ ਕਦਮ ਅੱਗੇ ਵਧਾ ਰਹੇ ਹਾਂ।
ਬਰਾੜ ਸਾਹਿਬ, ਮੈਂ ਇੱਕ ਜ਼ਰੂਰ ਬੇਨਤੀ ਇੱਥੇ ਕਰਨੀ ਚਾਹੁੰਦਾ ਕਿ ਬੜਾ ਜ਼ਰੂਰੀ ਗੱਲ ਹੈਗੀ ਹੈ। ਅੱਜ ਦੇਸ਼ ਪੱਧਰ ਤੇ ਮਧੂਮੱਖੀ ਪਾਲਕਾਂ ਲਈ ਵੀ ਬੜਾ ਵੱਡਾ ਦਿਨ ਹੈਗਾ। ਤਾਂ ਇਹ ਅੱਜ ਦੇ ਦਿਨ ਤੇ ਜਦੋਂ ਵਿਦੇਸ਼ਾਂ 'ਚ ਜਦੋਂ ਸਾਡਾ ਸਰੋਂ ਦਾ ਸ਼ਹਿਦ ਜਾਂਦਾ ਹੈ ਤਾਂ NMR ਟੈਸਟ ਜਿਹੜਾ ਲਾਗੂ ਹੋ ਗਿਆ ਪੂਰੇ ਦੁਨੀਆ ਪੱਧਰ ਤੇ, ਤਾਂ ਸਾਡੇ ਜੇ ਕਿਤੇ ਕੁਦਰਤੀ ਗੱਲ ਹੈ ਵੀ ਸਟੇਟ ਲੈਵਲ ਤੇ ਵੀ ਜਿਹੜਾ ਡੋਮੈਸਟਿਕ ਮਾਰਕੀਟ ਹੈਗਾ, ਸਾਡਾ ਘਰੇਲੂ ਬਾਜ਼ਾਰ ਹੈਗਾ, ਜੇ ਇੱਥੇ ਵੀ NMR ਟੈਸਟ ਲਾਗੂ ਹੋ ਜਾਵੇ ਤਾਂ ਘੱਟੋ ਘੱਟ ਮਧੂਮੱਖੀ ਪਾਲਕਾਂ ਦਾ ਭਵਿੱਖ ਵੀ ਸੁਰੱਖਿਅਤ ਹੋ ਜਾਣਾ, ਉਹਦੇ ਨਾਲ ਮੰਡੀਕਰਨ ਸੌਖਾ ਹੋ ਜਾਣਾ ਉਹਨਾਂ ਦਾ। ਕਿਉਂਕਿ ਮਤਲਬ ਮਧੂਮੱਖੀ ਦੇ ਸੁਭਾਅ ਅਨੁਸਾਰ ਤੇ ਫਲੋਰੀਕਲਚਰ ਦੇ ਮੁਤਾਬਕ ਸ਼ਹਿਦ ਅਲੱਗ-ਅਲੱਗ ਰੰਗਾਂ ਦਾ ਤੇ ਅਲੱਗ-ਅਲੱਗ ਸਵਾਦ ਦਾ ਹੁੰਦਾ ਹੈ, ਜਦਕਿ ਬਾਜ਼ਾਰ ਤੋਂ ਸਾਨੂੰ ਇੱਕੋ ਤਰ੍ਹਾਂ ਦਾ ਸ਼ਹਿਦ ਇੱਕੋ ਤਰ੍ਹਾਂ ਦੇ ਰੰਗ ਦਾ ਮਿਲਦਾ। ਪਰ ਇਹਦੇ ਨਾਲ ਇਹ ਫਾਇਦਾ ਹੋ ਸਕਦਾ ਜੇ ਡੋਮੈਸਟਿਕ ਦੇ ਵਿੱਚ ਵੀ NMR ਸਰਕਾਰ ਕਿਤੇ ਲਾਗੂ ਕਰ ਦੇਵੇ ਨਾ, ਤਾਂ ਸਾਡੇ ਖਾਸ ਕਰਕੇ 3 ਕਰੋੜ ਪੰਜਾਬੀਆਂ ਨੂੰ ਹੀ ਨਹੀਂ, ਪੂਰੀ ਦੁਨੀਆ ਦੇ ਲੋਕਾਂ ਨੂੰ ਜਿਹੜੇ ਘਰੇਲੂ ਬਾਜ਼ਾਰ ਦੇ ਵਿੱਚ ਬੈਠੇ ਆ ਤੇ ਉਹਨਾਂ ਨੂੰ ਤੰਦਰੁਸਤ ਖੁਰਾਕ ਹੈ ਜਿਹੜੀ ਮਿਲ ਜੂਗੀ ਖਾਣ ਵਾਸਤੇ। ਤੇ ਅਨਜਾਨ ਸਾਹਿਬ, ਇਹ ਕੀ ਹੈ ਟੈਸਟ? ਇਹ ਕਿਸ ਤਰ੍ਹਾਂ ਦਾ ਟੈਸਟ ਹੈ? ਇਹ ਕਿਸ ਤਰ੍ਹਾਂ ਸਹਾਇਕ ਹੋ ਸਕਦਾ ਮਧੂਮੱਖੀ ਪਾਲਕ ਵਾਸਤੇ? ਇਹ ਟੈਸਟ ਦੇ ਵਿੱਚ ਕੀ ਹੈਗਾ ਕਿ ਇੱਕ ਮਿਲਾਵਟਖੋਰੀ ਅੱਜ ਕੱਲ ਕਾਰਨ ਸਿਰਪ ਤੇ ਉਹਦੇ ਤੇ ਗੱਲ ਹੋ ਰਹੀ ਹੈ, ਤੇ ਉਹ ਮਿਲਾਵਟਖੋਰੀ ਨੂੰ ਰੋਕਣ ਦਾ ਇੱਕ ਯਤਨ ਹੈ ਵੀ ਇਹਦੇ ਰਾਹੀਂ ਫੜਿਆ ਜਾਂਦਾ ਵੀ ਕਿੰਨੇ % ਕਿਹੜੀ ਚੀਜ਼ ਮਿਲਾਈ ਹੋਈ ਹੈ। ਤਾਂ ਜਾਨੀ ਇੱਕ ਚੁੰਬਕੀ ਟੈਸਟ ਹੈਗਾ, ਮਤਲਬ ਮੈਗਨੈਟ ਕਹਿ ਦਿੰਦੇ ਆਪਾਂ, ਚੁੰਬਕ ਤਰੀਕੇ ਨਾਲ ਜਾਨੀ ਇੱਕ ਹੈਗਾ। ਸਾਡੇ ਇੱਥੇ ਜਿਹੜੀ ਮੋਹਾਲੀ 'ਚ ਲੈਬ ਹੈਗੀ ਹੈ PBTI ਲੈਬ, ਜੇ ਉਹਦੇ 'ਚ ਵੀ ਇਹ ਯੂਨਿਟ ਕਿਤੇ ਸਥਾਪਿਤ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ। ਹੁਣ ਜਿਹੜੇ NMR ਟੈਸਟ ਜਿਵੇਂ ਮਾਰਕਫੈਡ ਟੈਸਟ ਕਰਾ ਰਿਹਾ, ਉਹ ਜਰਮਨ ਦੀ ਇੰਟਰਟੈਕ ਲੈਬ ਹੈਗੀ ਆ, ਉਹਦੇ ਤੋਂ ਟੈਸਟ ਕਰਵਾ ਰਿਹਾ ਇਹ NMR ਟੈਸਟ। ਜੇ ਕਿਤੇ ਪੰਜਾਬ 'ਚ ਵੀ ਆ ਜੇ ਕਿਸੇ ਲੈਬ ਦੇ ਵਿੱਚ ਲਾਗੂ ਹੋ ਜਾਵੇ, ਖਾਸ ਕਰਕੇ ਮੋਹਾਲੀ ਦੀ PBTI ਲੈਬ ਦੇ ਵਿੱਚ ਹੋ ਜਾਵੇ ਤਾਂ ਜ਼ਿਆਦਾ ਵਧੀਆ, ਸੌਖਾ ਹੋ ਜੂ, ਕਿਸਾਨ ਭਰਾਵਾਂ ਨੂੰ ਵੀ ਸੌਖਾ ਹੋ, ਜਿਹੜੇ ਮਧੂਮੱਖੀ ਪਾਲਕ ਹੈ ਉਹਨਾਂ ਨੂੰ ਵੀ ਸੌਖਾ ਹੋ ਜੂ, ਤੇ ਖਾਸ ਕਰਕੇ ਜਿਹੜੀਆਂ ਸਾਡੀਆਂ ਸਰਕਾਰੀ ਸੰਸਥਾਵਾਂ ਹੈਗੀਆਂ ਜਿਹੜੀਆਂ ਸ਼ਾਇਦ ਮਤਲਬ ਮਾਰਕੀਟ ਦੇ ਵਿੱਚ ਵੇਚਦੀਆਂ, ਮਾਰਕਫੈਡ ਵਰਗੀਆਂ ਸੰਸਥਾਵਾਂ, ਉਹਨਾਂ ਲਈ ਵੀ ਸੌਖਾ ਸਾਬਤ ਹੋ ਸਕਦਾ ਜੀ। ਡਾਕਟਰ ਸਾਹਿਬ, ਸਮਾਂ ਬੜਾ ਸੀਮਤ ਹੈ ਜੀ। ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹਾਂਗਾ, ਕਿਉਂਕਿ ਹਰੇਕ ਕਿੱਤੇ ਦੇ ਵਿੱਚ ਨਾ, ਖੇਤੀਬਾੜੀ ਦੇ ਵਿੱਚ ਵੀ ਜਿਹੜਾ ਸਾਡੀਆਂ ਘਰੇਲੂ ਸਵਾਣੀਆਂ ਨੇ ਭੈਣਾਂ ਦਾ ਉਹਨਾਂ ਹੀ ਯੋਗਦਾਨ ਹੁੰਦਾ ਜਿੰਨਾ ਸਾਡੇ ਭਰਾਵਾਂ ਦਾ ਹੁੰਦਾ। ਖੇਤ ਬੰਨੇ ਦਾ ਕੰਮ ਉਹ ਕਰਦੇ ਆ, ਘਰ ਦੀਆਂ ਕਬੀਲਦਾਰੀਆਂ ਸਾਰੀਆਂ ਜ਼ਿੰਮੇਵਾਰੀਆਂ, ਇੱਥੋਂ ਤੱਕ ਕਿ ਰੋਟੀ ਟੁੱਕ ਸਾਰਾ ਸਮੇਂ ਸਿਰ ਉਹਨਾਂ ਨੂੰ ਪਹੁੰਚਦੇ ਕਰਨਾ ਜੀ, ਸਾਰਾ ਕੰਮ ਸਾਡੀਆਂ ਭੈਣਾਂ ਕਰਦੀਆਂ। ਹੁਣ ਤਾਂ ਜਿਹੜੀਆਂ ਸਾਡੀਆਂ ਭੈਣਾਂ ਖੇਤੀਬਾੜੀ ਵੀ ਖੁਦ ਕਰੀ ਜਾਂਦੀਆਂ ਜੀ। ਮਧੂਮੱਖੀ ਪਾਲਣ ਦੇ ਵਿੱਚ ਸਾਡੀਆਂ ਭੈਣਾਂ ਵਾਸਤੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਆਉਂਦੀਆਂ? ਤੁਹਾਡੇ ਕੋਲੇ ਬੀਬੀਆਂ ਟ੍ਰੇਨਿੰਗ ਲੈਣ ਤੇ ਮਤਲਬ ਸਥਾਪਿਤ ਹੋ ਜਾਂਦੀਆਂ ਇਸ ਧੰਦੇ ਦੇ ਵਿੱਚ? ਮੈਂ ਤਾਂ ਕਹਿੰਦਾ ਕਿ ਬਹੁਤ ਹੀ ਵਧੀਆ। ਸਾਡੇ ਕੋਲ ਤਾਂ ਐਗਜ਼ਾਮਪਲਸ ਵੀ ਬਹੁਤ ਅੱਛੇ ਨੇ। ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਬੇਟੀਆਂ ਦੀ ਗੱਲ ਕੀਤੀ, ਮੈਂ ਵੀ ਇੱਕ ਬੇਟੀ ਦਾ ਫਾਦਰ ਹਾਂ, ਅਸੀਂ ਪ੍ਰਮੋਟ ਕਰਨਾ ਉਹਨਾਂ ਨੂੰ। ਮੇਰੇ ਕੋਲ ਬਹੁਤ ਅੱਛੇ ਐਗਜ਼ਾਮਪਲ ਨੇ। ਸਵਰਨ ਜੀ, ਬੀਬੀ ਸਵਰਨਜੀਤ ਹੈ ਆਪਣੀ ਭੋਡੀਪੁਰਾ ਤੋਂ, ਪਰਮਵੀਰ ਕੌਰ ਹੈਗੀ ਹੈ, ਤੇ ਇਹ ਦੋ ਮੇਰੇ ਕੋਲ ਕਾਫੀ ਐਗਜ਼ਾਮਪਲਸ ਨੇ, ਪਰ ਇਹ ਬਹੁਤ ਅੱਛੇ ਐਗਜ਼ਾਮਪਲਸ ਨੇ। ਕਿਉਂਕਿ ਆਪਣੇ ਜਿਹੜੇ ਜਾਂ ਤਾਂ ਆਪਣੇ ਹਸਬੈਂਡਸ ਦੇ ਨਾਲ ਮਿਲ ਕੇ, ਕਿਉਂਕਿ ਬਾਹਰੋਂ ਸ਼ਾਇਦ ਆ ਗਿਆ ਅਸੀਂ, ਕਿਉਂਕਿ ਲੇਡੀਜ਼ ਜਿੰਨਾ ਸਾਫ਼ ਸੁਥਰਾ ਤੇ ਵਧੀਆ ਤਰੀਕੇ ਨਾਲ ਕੰਮ ਕਰ ਸਕਦੀਆਂ ਨੇ, ਮੈਨੂੰ ਲੱਗਦਾ ਕਿ ਉਹਨਾਂ ਦੇ ਜੈਨੇਟਿਕਲੀ ਉਹਨਾਂ ਦੇ ਵਿੱਚ ਹੁੰਦੀ ਹੈ ਚੀਜ਼। ਉਹਨਾਂ ਨੇ ਸਾਫ਼ ਸੁਥਰੇ ਤਰੀਕੇ ਦੇ ਨਾਲ ਉਹਨਾਂ ਨੂੰ ਪੈਕਿੰਗ ਕਰਨੀ ਹੈ, ਲੇਬਲਿੰਗ ਕਰਨੀ ਹੈ, ਜਾਂ ਹੋਰ ਵੀ ਕਈ। ਹੁਣ ਅਸੀਂ ਇੱਥੇ ਬੈਠੇ ਹਾਂ, ਕਿਉਂ ਬੈਠੇ ਹਾਂ? ਨਿਸ਼ਚਿੰਤ ਹੋ ਗਏ, ਕਿਉਂਕਿ ਸਾਡੀਆਂ ਜਿਹੜੀਆਂ ਮਿਸਿਸ ਨੇ ਉਹ ਸਾਨੂੰ ਇਸ ਟਾਈਮ ਡਿਸਟਰਬ ਨਹੀਂ ਕਰ ਰਹੀਆਂ ਜੀ। ਇਹ ਬਹੁਤ ਵੱਡਾ ਰੋਲ ਹੁੰਦਾ ਹੈ। ਜਗਤਾਰ ਜੀ ਬੈਠੇ ਨੇ, ਕਈ ਤਰ੍ਹਾਂ ਦੇ ਪ੍ਰੋਡਕਟਸ ਬਣਾ ਰਹੇ ਨੇ, ਇਹਨਾਂ ਦੇ ਮਿਸਿਸ ਇਹਨਾਂ ਦੇ ਨਾਲ ਲੱਗ ਕੇ। ਮੈਂ ਅਨਜਾਨ ਸਾਹਿਬ ਨੂੰ ਪੁੱਛ ਲੈਂਦੇ ਕੀ ਕੁਝ ਬਣਾਉਣੇ ਹੋ ਤੁਸੀਂ? ਬਿਲਕੁਲ ਅਸੀਂ ਜਦੋਂ ਸ਼ਹਿਦ ਦੀ ਪੈਕਿੰਗ ਕਰਦੇ ਆ ਤੇ ਮਿਸਿਸ ਬਹੁਤ ਸਾਥ ਦਿੰਦੇ ਆ, ਤੇ ਉਹਦੇ ਨਾਲ ਹੁਣ ਜਿਵੇਂ ਬੀ ਪੋਲਨ ਪੈਕ ਕਰਦੇ ਆ ਅਸੀਂ, ਤੇ ਆਮ ਤੌਰ ਤੇ ਜਦੋਂ ਅਸੀਂ ਇੰਸਟਾਲ ਤੇ ਵੀ ਕਦੇ ਜਾਂਦੇ ਆ ਤੇ ਬੀ ਪੋਲਨ ਨੂੰ ਕਹਿੰਦੇ ਆ ਕਿ ਇਹ ਮੇਥੀ ਦੇ ਦਾਣੇ ਆ। ਮਤਲਬ ਇੱਕ ਲੋਕਾਂ 'ਚ ਚੇਤਨਾ ਦਾ ਲੈਵਲ ਉਸ ਨਹੀਂ ਹੈਗਾ, ਪਰ ਅਸੀਂ ਕਹਿੰਦੇ ਵੀ ਇਕੱਲੇ ਸ਼ਹਿਦ ਤੱਕ ਨਹੀਂ, ਮਧੂਮੱਖੀ ਹੈ ਜਿਹੜੀ ਉਹ ਕਈ ਹੋਰ ਤਰ੍ਹਾਂ ਦੇ ਪਦਾਰਥ ਪੈਦਾ ਕਰਦੀ ਹੈ। ਅੱਜ ਤਾਂ ਬੀ ਵੈਨਮ ਤੱਕ ਵੀ ਪੈਦਾ ਕਰਨ ਤੱਕ ਦਾ ਰੁਝਾਨ ਹੈ ਜਿਹੜਾ ਵਧ ਗਿਆ। ਸਮਾਂ ਸੀਮਤ ਹੈ। ਇੱਕ ਸਵਾਲ ਜਿਹੜਾ ਹੋਰ ਆ, ਵੈਸੇ ਸਵਾਲ ਤਾਂ ਨਹੀਂ, ਨੁਕਤਾ ਹੀ ਆ। ਕਹਿੰਦੇ ਨਾ ਵੀ ਸਾਡੇ ਜਿਹੜੇ ਮਧੂਮੱਖੀ ਪਾਲਕ ਬਾਹਰ ਜਾ ਕੇ ਜਦੋਂ ਮਾਈਗ੍ਰੇਟ ਹੁੰਦੇ ਆ, ਹਨਾ, ਖੁਦ ਹੀ ਰੋਟੀ ਟੁੱਕ ਬਣਾਉਣਾ ਪੈਂਦਾ। ਕਹਿੰਦੇ ਦਾਲ ਸਬਜ਼ੀ ਬਹੁਤ ਵਧੀਆ ਬਣਾਉਣੀ ਸਿੱਖ ਜਾਂਦੀ। ਬਿਲਕੁਲ ਤੇ ਮਤਲਬ ਸਾਡੀਆਂ ਭੈਣਾਂ ਨੂੰ ਫਾਇਦਾ ਹੋ ਸਕਦਾ ਇਸ ਚੀਜ਼ ਦਾ ਵੀ? ਘਰੇ ਫਾਇਦਾ ਹੁੰਦਾ? ਕਦੇ ਬਣਾਉਣੇ ਹੋ ਦਾਲ ਸਬਜ਼ੀ ਬਣਾ ਕੇ ਖਾਣੇ ਹੋ? ਨਹੀਂ, ਘਰੇ ਤਾਂ ਚਲੋ ਵੈਸੇ ਕੰਮ ਦਾ ਕੋਈ ਮਿਹਣਾ ਵੀ ਨਹੀਂ ਹੁੰਦਾ, ਕਰ ਲੈਣਾ ਚਾਹੀਦਾ। ਤੇ ਬਾਹਰ ਤਾਂ ਬਿਲਕੁਲ ਟਾਇਰ ਜਿਹੜਾ ਹਨਾ, ਜਿਹੜਾ ਪੁਰਸ਼ ਪੱਖ ਦਾ ਇਹ ਟਾਇਰ ਹੁੰਦਾ, ਥੋੜਾ ਜਿਹਾ ਅੜ ਕੇ ਚੱਲਦਾ ਹੁੰਦਾ ਵੀ ਦਾਲ ਸਬਜ਼ੀ ਜਿਹੜਾ ਇਹ ਲਿਖ ਕੇ ਦਿੱਤਾ ਹੁੰਦਾ, ਜਿਵੇਂ ਕਹਿੰਦੇ ਨਾ ਵੀ ਸਵਾਣੀਆਂ ਕਹਿੰਦੀਆਂ ਸਾਨੂੰ ਲਿਖ ਕੇ ਦਿੱਤਾ ਹੋਇਆ ਤਾਂ ਵੀ ਅਸੀਂ ਬਣਾਉਣੀ ਆ। ਚਲੋ ਐਨੀਵੇ, ਡਾਕਟਰ ਰੀਨਾ ਹੋਰਾਂ ਨਾਲ ਆਪਾਂ ਗੱਲ ਕਰਦੇ ਹਾਂ। ਮੇਰੇ ਖਿਆਲ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਆ। ਹੈਲੋ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ। ਧੰਨਵਾਦ ਜੀ ਤੁਹਾਡਾ। ਤਮਾਮ ਕਿਸਾਨ ਵੀਰਾਂ ਨੂੰ ਮੈਂ ਦੱਸ ਦੇਵਾਂ ਕਿ ਡਾਕਟਰ ਰੀਨਾ ਹੋਰੇ ਜਿਹੜੇ ਬਾਗਬਾਨੀ ਵਿਕਾਸ ਅਫਸਰ ਬਠਿੰਡਾ ਨੇ,
ਤੇ ਇਹਨਾਂ ਦਾ ਮਹਿਕਮਾ ਜਿਹੜਾ ਮਧੂ ਮੱਖੀ ਪਾਲਣ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਵੀ ਹੁੰਦਾ। ਡਾਕਟਰ ਸਾਹਿਬ, ਕਿਸ ਤਰ੍ਹਾਂ ਜਿਹੜਾ ਤੁਹਾਡਾ ਮਹਿਕਮਾ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰ ਸਕਦਾ, ਕਿਸਾਨ ਵੀਰ ਕਿਸ ਤਰ੍ਹਾਂ ਫਾਇਦਾ ਲੈ ਸਕਦੇ? ਜੀ ਰਾਜਦੀਪ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਜਿੰਨੇ ਵੀ ਸਰੋਤੇ ਆ ਜਾਂ ਕਿਸਾਨ ਵੀਰ ਨੇ, ਭੈਣਾਂ ਨੇ ਜਿਹੜੇ ਇਸ ਮਧੂ ਮੱਖੀ ਪਾਲਣ ਦੇ ਧੰਦੇ ਨਾਲ ਜਾਂ ਸ਼ਹਿਦ ਦੇ ਧੰਦੇ ਨਾਲ ਕਿਸੇ ਵੀ ਤਰ੍ਹਾਂ ਜੁੜੇ ਹੋਏ ਆ, ਉਹਨਾਂ ਨੂੰ ਮੈਂ ਅੱਜ ਦੇ ਇਸ ਵਿਸ਼ਵ ਸ਼ਹਿਦ ਮੱਖੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਬਾਗਬਾਨੀ ਵਿਭਾਗ ਦਾ ਬਹੁਤ ਹੀ ਵੱਡਾ ਰੋਲ ਹੈ, ਅਹਿਮ ਰੋਲ ਹੈ ਇਸ ਦੇ ਵਿੱਚ ਮਧੂ ਮੱਖੀ ਪਾਲਕਾਂ ਦੇ ਸੰਬੰਧ ਚ। ਜਿੱਦਾਂ ਵੀ ਇਹ, ਕਿਉਂਕਿ ਜਿਹੜੇ ਮਧੂ ਮੱਖੀ ਪਾਲਕ ਕੋਈ ਵੀ ਬੰਦਾ ਇੱਕੋ ਦਮ ਆਪਣਾ ਮਤਲਬ ਇੰਨੀ ਸਾਰੀ ਪੂੰਜੀ ਲਾ ਕੇ ਇਸ ਧੰਦੇ ਨੂੰ ਸ਼ੁਰੂ ਕਰਨ ਤੋਂ ਅਸਮਰਥ ਹੁੰਦੇ ਨੇ। ਇਸ ਕਰਕੇ ਬਾਗਬਾਨੀ ਵਿਭਾਗ ਨੇ ਜਿਹੜਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਮਿਲ ਕੇ ਇੱਕ ਸਕੀਮ ਚਲਾਈ ਗਈ ਹੈ, ਜਿਹਨੂੰ ਕਹਿੰਦੇ ਕੌਮੀ ਬਾਗਬਾਨੀ ਮਿਸ਼ਨ ਜੀ। ਇਸ ਸਕੀਮ ਦੇ ਅਧੀਨ ਕਿਸਾਨ ਵੀਰਾਂ ਨੂੰ ਇੱਕ ਮਤਲਬ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜਿਹਦੇ ਨਾਲ ਕਿ ਉਹ ਆਪਣਾ ਮਤਲਬ ਜਿਹੜਾ ਇੱਕ ਸਹਾਇਕ ਧੰਦੇ ਦੇ ਤੌਰ ਤੇ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਚਲਾ ਸਕਦੇ ਆ। ਇਹਦੇ ਵਿੱਚ 2-3 ਸਕੀਮਾਂ ਸਾਡੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ। ਸਭ ਤੋਂ ਪਹਿਲੀ ਸਕੀਮ ਹੈਗੀ ਹੈ ਬੀ ਕੀਪਿੰਗ ਨੂੰ ਪ੍ਰਫੁੱਲਤ ਕਰਨ ਦੇ ਲਈ, ਜਾਂ ਉਸਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦੇ ਲਈ, ਜਾਂ ਉਸਨੂੰ ਆਪਾਂ ਕਹਿ ਦਿੰਦੇ ਆਪਾਂ ਪੋਲੀਨੇਟਰ ਦੇ ਤੌਰ ਤੇ ਯੂਜ਼ ਕਰਨ ਦੇ ਲਈ। ਮਤਲਬ ਇੱਕ ਪ੍ਰਾਰਥੀ ਨੂੰ ਅਸੀਂ ਵੱਧ ਤੋਂ ਵੱਧ 50 ਬਕਸੇ ਸਮੇਤ ਪੂਰੀ ਕਲੋਨੀ ਜੀ ਤੇ ਸਬਸਿਡੀ ਦਿੱਤੀ ਜਾਂਦੀ ਹੈ। ਇਹ ਸਬਸਿਡੀ, ਇਹਦਾ ਜਿਹੜਾ ਮਤਲਬ ਜਿਹੜੇ ਸਭ ਤੋਂ ਇਹਦੇ ਵਿੱਚ ਮੁੱਖ ਮਤਲਬ ਕੀ ਚਾਹੀਦਾ, ਸਭ ਤੋਂ ਪਹਿਲਾਂ ਜਿਵੇਂ ਪਹਿਲਾਂ ਡਾਕਟਰ ਵਿਨੇ ਜੀ ਨੇ ਦੱਸਿਆ ਜਾਂ ਜਗਤਾਰ ਸਿੰਘ ਜੀ ਨੇ ਦੱਸਿਆ ਵੀ ਇਹਦੇ ਵਿੱਚ ਇੱਕ ਬੇਸਿਕ ਕੋਰਸ ਜਿਹੜਾ ਬੀ ਕੀਪਿੰਗ ਦਾ ਉਹ ਬਹੁਤ ਜ਼ਰੂਰੀ ਹੈ, ਜਿਹੜਾ ਕਿ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਹੁੰਦਾ। ਜੀ ਹਾਂਜੀ ਹਾਂ। ਇਸ ਬੇਸਿਕ ਕੋਰਸ ਦਾ ਸਰਟੀਫਿਕੇਟ ਪ੍ਰਾਰਥੀ ਕੋਲੇ ਹੋਣਾ ਬਹੁਤ ਲਾਜ਼ਮੀ ਹੈ। ਜੇ ਉਹਦੇ ਕੋਲੇ ਇਸ ਸਰਟੀਫਿਕੇਟ ਹੈਗਾ ਕੋਰਸ ਦਾ, ਤਾਂ ਉਹ ਲੈ ਕੇ ਸਾਡੇ ਕੋਲੇ ਆ ਸਕਦਾ ਤੇ ਉਹਨੂੰ ਅਸੀਂ ਵੱਧ ਤੋਂ ਵੱਧ ਇੱਕ ਪ੍ਰਾਰਥੀ ਨੂੰ ਅਸੀਂ 50 ਬਕਸੇ ਦਿੰਨੇ ਆ ਜੀ, ਜਿਨ੍ਹਾਂ ਦੀ ਕੀਮਤ 2 ਲੱਖ ਰੁਪਇਆ, ਮਤਲਬ ਤੁਸੀਂ ਲਾ ਲਓ ਵੀ 4000 ਦਾ ਇੱਕ ਬਕਸਾ ਪੈ ਜਾਂਦਾ ਜੀ। ਤੇ ਉਹਦੇ ਤੇ ਅਸੀਂ ਮਤਲਬ 40% ਸਬਸਿਡੀ ਜਿਹੜੀ ਕਿ 80,000 50 ਬਕਸਿਆਂ ਦੀ ਬਣਦੀ ਹੈ। ਤੇ ਡਾਕਟਰ ਸਾਹਿਬ ਇਹ ਮਿਲ ਜਾਂਦੀ ਹੈ? ਵੈਸੇ ਆਮ ਜਿਹੜਾ ਸਾਡਾ ਨਾ ਮਾਨਸਿਕਤਾ ਸਾਡੀ ਇਹ ਬਣੀ ਹੋਈ ਹੈ, ਕੋਈ ਵੀ ਅਸੀਂ ਧੰਦਾ ਕਰਦੇ ਜਦੋਂ ਸਬਸਿਡੀ ਦੀ ਗੱਲ ਆਉਂਦੀ ਹੈ ਨਾ, ਤਾਂ ਬੜੇ ਵਿਚਾਰ ਜਿਹੜੇ ਦਿਮਾਗ ਦੇ ਵਿੱਚ ਚੱਲਣ ਲੱਗ ਪੈਂਦੇ ਕਿ ਆਪਾਂ ਨੂੰ ਕਿਹਨੇ ਦੇਣੀ ਹੈ, ਜ਼ੋਰ ਵਾਲੇ ਲੈ ਜਾਂਦੇ ਆ, ਤਕੜੇ ਬੰਦੇ ਲੈ ਜਾਂਦੇ ਆ। ਮਿਲ ਜਾਂਦੀ ਹੈ? ਨਹੀਂ ਰਾਜਦੀਪ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਹਰ ਸਾਲ 3000 ਤੋਂ ਲੈ ਕੇ 4000 ਤੱਕ ਬਕਸੇ ਮਤਲਬ ਹਰ ਸਾਲ ਬਾਗਬਾਨੀ ਵਿਭਾਗ ਵੱਲੋਂ ਸਬਸਿਡੀ ਤੇ ਮੁਹੱਈਆ ਕਰਵਾਈ ਜਾਂਦੇ ਆ। ਔਰ ਇਸ ਤੇ ਇਹ ਕੋਈ ਨਹੀਂ ਹੈ ਵੀ ਕੋਈ ਬੰਦਾ ਤਕੜਾ ਤਾਂ ਉਹਨੂੰ ਹੀ ਦੇਣਾ, ਇਹ ਕੋਈ ਉਹ ਨਹੀਂ ਹੈ। ਜੋ ਵੀ ਪਹਿਲਾਂ ਪਾਓ ਵਾਲੀ ਸਕੀਮ ਸਾਡੇ ਕੋਲੇ ਹੁੰਦੀ ਹੈ ਜੀ, ਕਿਉਂਕਿ ਸਾਡੇ ਕੋਲੇ ਇਹ ਲਿਮਟਿਡ ਆਉਂਦੇ ਆ। ਜਦੋਂ ਉਸ ਤੋਂ ਵੱਧ ਸਾਡੇ ਕੋਲੇ ਐਪਲੀਕੇਸ਼ਨਾਂ ਆ ਜਾਂਦੀਆਂ, ਫਿਰ ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਵੀ ਤੁਸੀਂ ਅਗਲੇ ਸਾਲ ਤੱਕ ਸਾਡੇ ਕੋਲੇ ਆ ਜਾਓ। ਹੁਣ ਵੀ ਇਸ ਸਾਲ ਅਸੀਂ, ਸਾਡਾ ਜਿਹੜਾ ਸਾਲ ਉਹ 1 ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਹੁੰਦਾ ਹੈਗਾ ਜੀ। ਸੋ ਡਾਕਟਰ ਸਾਹਿਬ, ਮੈਂ ਮਾਫੀ ਚਾਹੁੰਦਾ, ਸਮਾਂ ਜਿਹੜਾ ਸੀਮਤ ਹੈ, ਕੁਝ ਹੋਰ ਕਹਿਣਾ ਚਾਹੁੰਦੇ ਸੀ ਤੁਸੀਂ? ਹਾਂਜੀ ਹਾਂ। ਇੱਕ ਇਸ ਤੋਂ ਬਾਅਦ ਬੀ ਬਰੀਡਰ ਦਾ, ਜੇ ਕੋਈ ਮਤਲਬ ਵੀਰ ਕਿਸਾਨ ਵੀਰ ਅੱਗੋਂ ਬੀ ਬਰੀਡਰ ਦਾ ਜਿਹਨੇ ਮਧੂ ਮੱਖੀ ਪਾਲਣ ਦਾ ਕੰਮ ਦਾ ਤਜਰਬਾ ਹੋ ਗਿਆ, ਉਹ ਅੱਗੇ ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦਾ ਹੈ, ਤਾਂ ਇੱਕ ਐਡਵਾਂਸ ਕੋਰਸ ਹੁੰਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਕਰਾਇਆ ਜਾਂਦਾ, ਉਹ ਕਰਾ ਕੇ ਵੀ ਉਹ ਬੀ ਬਰੀਡਰ ਦਾ ਕੰਮ ਤੋਰ ਸਕਦਾ। ਤੇ 10 ਲੱਖ ਰੁਪਏ ਉਹਦੀ ਕੀਮਤ ਹੈ ਤੇ 4 ਲੱਖ ਰੁਪਏ ਤੇ ਸਬਸਿਡੀ ਮੁਹੱਈਆ ਕਰਵਾਈ ਜਾਂਦੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਰੀਨਾ ਰਾਣੀ ਜੀ, ਤੁਸੀਂ ਟੈਲੀਫੋਨ ਲਾਈਨ ਤੇ ਜੁੜੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਵਡਮੁੱਲੀ ਜਾਣਕਾਰੀ ਦਿੱਤੀ। ਸੋ ਡਾਕਟਰ ਸਾਹਿਬ ਅਣਜਾਣ ਸਾਹਿਬ, ਹੁਣ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਹਾਡੀ ਜਿਹੜੀ ਤਜਰਬੇ ਤੁਹਾਡੇ ਬੜੇ ਕੀਮਤੀ ਨੇ, ਬੜੇ ਵੱਡੇ ਤਜਰਬੇ ਨੇ, ਪਰ ਉਹਦੇ ਨਿਸਿਬਤਨ ਜਿਹੜਾ ਸਮਾਂ ਸੀਮਤ ਸੀ। ਸੋ ਡਾਕਟਰ ਵਿਨੇ ਪਠਾਣੀਆਂ, ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ, ਤੇ ਸਰਦਾਰ ਜਗਤਾਰ ਸਿੰਘ ਅਣਜਾਣ ਮੰਡੀ ਕਲਾਂ ਤੋਂ, ਇਹ ਸਾਡੇ ਕਾਮਯਾਬ ਮਧੂ ਮੱਖੀ ਪਾਲਕ ਨੇ। ਇਹਨਾਂ ਦੋਵਾਂ ਭਰਾਵਾਂ ਦਾ ਮੈਂ ਜੀ ਆਇਆਂ ਵੀ ਕਹਿੰਦਾ, ਧੰਨਵਾਦ ਵੀ ਕਰਦਾ, ਜਿਹੜਾ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚ ਆਕਾਸ਼ਵਾਣੀ FM ਬਠਿੰਡਾ ਵਾਸਤੇ, ਪ੍ਰੋਗਰਾਮ ਕਿਸਾਨ ਵਾਣੀ ਵਾਸਤੇ ਸਮਾਂ ਕੱਢਿਆ। ਬਹੁਤ ਬਹੁਤ ਸ਼ੁਕਰੀਆ।